हमारा विषय पर आए रोमियो 6 अध्याय का 14 वचन। आओ ਅਸੀਂ ਆਪਣੇ ਵਿਸ਼ੇ ਤੇ ਆਵਾਂਗੇ ਰੋਮੀਆਂ ਦੀ ਪੱਤਰੀ 6 ਅਧਿਆਇ ਉਸ 14 ਵਚਨ। ਕਿਉਂ ਜੋ ਤੁਹਾਡੇ ਉੱਤੇ ਪਾਪ ਦੀ ਵਾਹ ਨਾ ਚੱਲੇਗੀ, ਇਸ ਲਈ ਜੋ ਤੁਸੀਂ ਸ਼ਰ੍ਹਾ ਦੇ ਹੇਠ ਨਹੀਂ ਸਗੋਂ ਕਿਰਪਾ ਦੇ ਹੇਠ ਹੋ। रोमियो 6 अध्याय का 14 वचन में हम क्या पढ़ते हैं? ਰੋਮੀਆਂ ਦੀ ਪੱਤਰੀ 6 ਅਧਿਆਇ 14 ਵਚਨ ਦੇ ਵਿੱਚ ਅਸੀਂ ਕੀ ਪੜ੍ਹਦੇ ਹਾਂ? परमेश्वर का अनुग्रह के बारे में कोई भी पूरा इसको वर्णन नहीं कर सकता। ਪਰਮੇਸ਼ਰ ਦੀ ਕਿਰਪਾ ਦੇ ਬਾਰੇ ਕੋਈ ਵੀ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਦਾ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। और इसलिए हम परमेश्वर का अनुग्रह को प्राप्त किए हुए परमेश्वर के लोग हैं। ਇਸ ਕਰਕੇ ਅਸੀਂ ਪਰਮੇਸ਼ਰ ਦੀ ਕਿਰਪਾ ਪ੍ਰਾਪਤ ਕੀਤੇ ਹੋਏ ਲੋਕ ਹਾਂ। इसलिए प्रभु ने अपने अनुग्रह के द्वारा उसकी हजूरी में लेके आया, उसकी संगति में लेके आया, इस मुक्ति उद्धार में लेके आया। ਪਰਮੇਸ਼ਰ ਨੇ ਆਪਣੀ ਕਿਰਪਾ ਦੇ ਨਾਲ ਹੀ ਸਾਨੂੰ ਇਹ ਮੁਕਤੀ ਦਿੱਤੀ, ਸਾਨੂੰ ਆਪਣੀ ਹਜ਼ੂਰੀ ਦੇ ਵਿੱਚ ਲੈ ਕੇ ਆਇਆ, ਸੰਗਤ ਵਿੱਚ ਲੈ ਕੇ ਆਇਆ। यहाँ पर बहुत बड़ी बात लिखा हुआ है। ਇੱਥੇ ਬਹੁਤ ਵੱਡੀ ਗੱਲ ਲਿਖੀ ਹੋਈ ਹੈ। हमारे ऊपर जो प्रभुता है वो जो हमारे ऊपर जो क्या है किंगडम है या डोमिनियन है, वो क्या है परमेश्वर के अनुग्रह का हमारे ऊपर प्रभुता होगी। ਸਾਡੇ ਉੱਤੇ ਪਰਮੇਸ਼ਰ ਦੀ ਕਿਰਪਾ ਦੀ ਹਕੂਮਤ ਹੈ, ਪਰਮੇਸ਼ਰ ਦੀ ਕਿਰਪਾ ਦਾ ਸਾਡੇ ਉੱਤੇ ਰਾਜ ਹੈ। और हम हरेक परमेश्वर के बच्चे प्रभु का अनुग्रह के अधीन हमेशा पाए जाना चाहिए। ਅਤੇ ਅਸੀਂ ਸਾਰੇ ਪਰਮੇਸ਼ਰ ਦੇ ਬੱਚੇ ਹਮੇਸ਼ਾ ਪਰਮੇਸ਼ਰ ਦੀ ਕਿਰਪਾ ਦੇ ਹੇਠ ਪਾਏ ਜਾਣੇ ਚਾਹੀਦੇ ਹਨ। अगर आप ऐसा पाए जाएंगे तो आपके ऊपर पाप का, बीमारी का, दुष्ट आत्मा का, शैतान का, बेशक वो आपके साथ लड़ेंगे, है ना, आपके विरोध में आएंगे, मगर आपके ऊपर वो जयवंत नहीं हो सकते। ਜੇਕਰ ਤੁਸੀਂ ਹਮੇਸ਼ਾ ਇਸ ਤਰ੍ਹਾਂ ਪਰਮੇਸ਼ਰ ਦੀ ਕਿਰਪਾ ਦੇ ਹੇਠ ਪਾਏ ਜਾਓਗੇ ਤਾਂ ਤੁਹਾਡੇ ਉੱਤੇ ਪਾਪ ਦੀ, ਬਿਮਾਰੀ ਦੀ, ਸ਼ਰਾਪ ਦੀ, ਸ਼ੈਤਾਨ ਦੀ, ਦੁਸ਼ਟ ਆਤਮਾਵਾਂ ਦੀ ਕੋਈ ਵਾਹ ਨਹੀਂ ਚੱਲੇਗੀ। ਬੇਸ਼ੱਕ ਉਹ ਆਉਣਗੇ, ਤੁਹਾਡੇ ਨਾਲ ਯੁੱਧ ਕਰਨਗੇ, ਪਰ ਉਹ ਤੁਹਾਡੇ ਉੱਤੇ ਹਾਵੀ ਨਾ ਹੋਣਗੇ। हाँ, इसलिए हमारे जवानों के कैंप का जो शीर्षक है वो भी यही है, परमेश्वर की दया। अगर हम उसकी दया को प्राप्त नहीं करते हैं तो उसके अपोजिट में जो है वो उसका न्याय को भी मिलता है। ਇਸ ਤਰ੍ਹਾਂ ਇਸ ਸਾਲ ਦੇ ਜਵਾਨਾਂ ਦਾ ਸਿਰਲੇਖ ਵੀ ਉਹੀ ਹੈ, ਪਰਮੇਸ਼ਰ ਦੀ ਦਇਆ। ਜੇ ਅਸੀਂ ਪਰਮੇਸ਼ਰ ਦੀ ਦਇਆ ਨੂੰ ਪ੍ਰਾਪਤ ਨਹੀਂ ਕਰਦੇ ਤਾਂ ਫਿਰ ਦੂਜਾ ਪਰਮੇਸ਼ਰ ਦਾ ਨਿਆਂ ਜਾਂ ਦੰਡ ਸਾਡੇ ਉੱਤੇ ਆ ਸਕਦਾ ਹੈ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। इसलिए हम परमेश्वर का अनुग्रह को हमेशा हमारे जीवन में हम संभाल के और उसमें बढ़ते जाना। ਇਸ ਕਰਕੇ ਸਾਨੂੰ ਹਮੇਸ਼ਾ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਕਿਰਪਾ ਨੂੰ ਸੰਭਾਲਣਾ ਚਾਹੀਦਾ ਹੈ ਤੇ ਉਸ ਕਿਰਪਾ ਵਿੱਚ ਵਧਦੇ ਜਾਣਾ ਚਾਹੀਦਾ ਹੈ। इसलिए पाप का प्रभुता है और संसार के ऊपर कई बुराइयों का प्रभुता है। ਇਸ ਤਰ੍ਹਾਂ ਪਾਪ ਦੀ, ਸੰਸਾਰ ਦੀਆਂ ਕਈ ਬੁਰਾਈਆਂ ਦੀ ਹਕੂਮਤ ਹੈ। अभी का ज़माना कैसा है? ਹੁਣ ਇਹ ਵਰਤਮਾਨ ਜ਼ਮਾਨਾ ਕਿਸ ਤਰ੍ਹਾਂ ਦਾ ਹੈ? वीडियो का ज़माना, फोटोग्राफी का ज़माना, रील का ज़माना, ऐसे अपलोड का ज़माना, ऐसे जो कुछ भी है ना। ਵੀਡੀਓ ਦਾ, ਫੋਟੋਗ੍ਰਾਫੀ ਦਾ, ਰੀਲ ਦਾ, ਇਸ ਤਰ੍ਹਾਂ ਅਪਲੋਡ ਕਰਨ ਦਾ ਜ਼ਮਾਨਾ ਹੈ। पुराना समय में ऐसा नहीं था। ਪੁਰਾਣੇ ਜ਼ਮਾਨੇ ਦੇ ਵਿੱਚ ਇਸ ਤਰ੍ਹਾਂ ਕੁਝ ਨਹੀਂ ਸੀ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। परमेश्वर के लोगों को अभी इन दिनों में परमेश्वर का मर्जी करना बहुत मुश्किल लगता है। ਇਸ ਕਰਕੇ ਇਹਨਾਂ ਦਿਨਾਂ ਵਿੱਚ ਪਰਮੇਸ਼ਰ ਦੇ ਲੋਕਾਂ ਨੂੰ ਪਰਮੇਸ਼ਰ ਦੀ ਇੱਛਾ ਕਰਨੀ ਬਹੁਤ ਹੀ ਕਠਿਨ ਜਾਪਦੀ ਹੈ। प्रभु का इच्छा करना उनके लिए बहुत ही मुश्किल, क्योंकि ऐसे संसार का कई तरह का सहूलत, कई तरह का उनको संसार की कई तरह की आदतें और संसार की कई तरह की, है ना। आज सुबह उठते ही एक इंसान जो है सबसे पहले क्या करता है? पहले पुराने टाइम में टीवी का रिमोट चलाता था, आज क्या है? अपना मोबाइल को सबसे पहले, उठने के पहले अपना मोबाइल को ही सबसे पहले क्या करता है? देखता। ਇਸ ਕਰਕੇ ਇਹਨਾਂ ਦਿਨਾਂ ਵਿੱਚ ਪਰਮੇਸ਼ਰ ਦੇ ਲੋਕਾਂ ਨੂੰ ਪਰਮੇਸ਼ਰ ਦੀ ਇੱਛਾ ਕਰਨੀ ਬਹੁਤ ਹੀ ਔਖੀ ਲੱਗਦੀ ਹੈ, ਕਿਉਂਕਿ ਉਹ ਇਹਨਾਂ ਦਿਨਾਂ ਵਿੱਚ ਸੰਸਾਰ ਦੀਆਂ ਸਹੂਲਤਾਂ, ਸੰਸਾਰ ਦੀਆਂ ਸੁੱਖ ਸੁਵਿਧਾਵਾਂ ਨੂੰ ਪ੍ਰਾਪਤ ਕੀਤੇ ਹੋਏ ਹਨ ਅਤੇ ਉਹਨਾਂ ਨੂੰ ਛੱਡਣਾ ਉਹਨਾਂ ਦੇ ਲਈ ਬਹੁਤ ਮੁਸ਼ਕਿਲ ਹੈ। ਜਿਵੇਂ ਅੱਜ ਕੱਲ੍ਹ ਸਵੇਰੇ ਉੱਠਦਿਆਂ ਸਾਰੇ ਲੋਕ ਪਹਿਲੇ ਦਿਨਾਂ ਦੇ ਵਿੱਚ ਟੀਵੀ ਦਾ ਸਵਿਚ ਔਨ ਕਰਦੇ ਸੀ, ਪਰ ਇਹਨਾਂ ਦਿਨਾਂ ਵਿੱਚ ਉੱਠਦੇ ਹੀ ਆਪਣੇ ਮੋਬਾਈਲ ਨੂੰ ਦੇਖਦੇ ਹਨ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। इन दिनों में भी अगर हम अच्छा रहना है तो ਜੇਕਰ ਇਹਨਾਂ ਦਿਨਾਂ ਵਿੱਚ ਵੀ ਅਸੀਂ ਪਰਮੇਸ਼ਰ ਭਗਤੀ ਦੇ ਨਾਲ ਰਹਿਣਾ ਹੈ तो हमारे ऊपर परमेश्वर के अनुग्रह का प्रभुता होना चाहिए। ਤਾਂ ਸਾਡੇ ਪਰਮੇਸ਼ਰ ਦੀ ਕਿਰਪਾ ਦਾ ਰਾਜ ਸਾਡੇ ਉੱਤੇ ਹੋਣਾ ਚਾਹੀਦਾ ਹੈ। हमारे परमेश्वर का अनुग्रह का प्रभुता जो है वो हमारी कलीसिया के ऊपर होना चाहिए। ਸਾਡੀ ਕਲੀਸਿया ਦੇ ਉੱਤੇ ਪਰਮੇਸ਼ਰ ਦੀ ਕਿਰਪਾ ਦੀ ਹਕੂਮਤ ਹੋਣੀ ਚਾਹੀਦੀ ਹੈ। हमारे हर एक का जीवन के ऊपर, हमारे परिवारों के ऊपर परमेश्वर का अनुग्रह का जो है वो
राज होना चाहिए, प्रभुता होना चाहिए। ਸਾਡੇ ਹਰੇਕ ਦੇ ਜੀਵਨ ਦੇ ਉੱਤੇ ਸਾਡੇ ਪਰਿਵਾਰ ਦੇ ਉੱਤੇ ਪਰਮੇਸ਼ਰ ਦੀ ਕਿਰਪਾ ਦੀ ਹਕੂਮਤ ਹੋਣੀ ਚਾਹੀਦੀ ਹੈ। इसलिए पाप ने मृत्यु फैलाते हुए राज्य किया और अनुग्रह भी वो जीवन फैलाते हुए राज्य करे। ਅਤੇ ਪਾਪ ਨੇ ਮੌਤ ਨੂੰ ਫੈਲਾਉਂਦੇ ਹੋਏ ਰਾਜ ਕੀਤਾ, ਇਸੇ ਤਰ੍ਹਾਂ ਕਿਰਪਾ ਨੇ ਜੀਵਨ ਨੂੰ ਫੈਲਾਉਂਦੇ ਹੋਏ ਰਾਜ ਕੀਤਾ। परमेश्वर के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। जो कुछ भी हम हैं वो परमेश्वर के अनुग्रह के द्वारा ही हम होना चाहिए। ਅਸੀਂ ਜੋ ਕੁਝ ਵੀ ਹਾਂ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੋਣੇ ਚਾਹੀਦੇ ਹਾਂ। परमेश्वर का अनुग्रह को अच्छी तरह समझने के लिए प्रभु मदद करना चाहिए। ਪਰਮੇਸ਼ਰ ਸਾਨੂੰ ਉਸ ਦੀ ਕਿਰਪਾ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਸਹਾਇਤਾ ਕਰਨਾ ਚਾਹੀਦਾ ਹੈ। यहूदा ने छोटा सा पत्री लिखा है। ਯਹੂਦਾ ਨੇ ਇੱਕ ਛੋਟੀ ਜੀ ਪੱਤਰੀ ਲਿਖੀ ਹੈ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। और उसे बहुत खास बातों को लिखा है। ਅਤੇ ਉਸਨੇ ਬਹੁਤ ਹੀ ਖਾਸ ਗੱਲਾਂ ਲਿਖੀਆਂ ਹਨ। यहूदा ने छोटा सा पत्री को लिखा है। ਯਹੂਦਾ ਨੇ ਇੱਕ ਛੋਟੀ ਜੀ ਪੱਤਰੀ ਲਿਖੀ ਹੈ। इसमें 4 वचन में क्या पढ़ते हैं? ਉਸ ਦੇ ਚੌਥੇ ਵਚਨ ਦੇ ਵਿੱਚ ਅਸੀਂ ਕੀ ਪੜ੍ਹਦੇ ਹਾਂ? ਕਿਉਂ ਜੋ ਕਈ ਮਨੁੱਖ ਚੋਰੀ ਆ ਵੜੇ ਹਨ, ਜਿਹੜੇ ਸਜ਼ਾ ਲਈ ਪ੍ਰਾਚੀਨ ਕਾਲ ਵਿੱਚ ਅਗੇਤਰੇ ਲਿਖੇ ਗਏ ਸਨ। ਸ਼ੈਤਾਨੀ ਮਨੁੱਖ ਜਿਹੜੇ ਸਾਡੇ ਪਰਮੇਸ਼ਰ ਦੀ ਕਿਰਪਾ ਨੂੰ ਉਲਟਾ ਕਰਕੇ ਲੁੱਚਪੁਣੇ ਵੱਲ ਲਾ ਲੈਂਦੇ ਹਨ ਅਤੇ ਯਿਸੂ ਮਸੀਹ ਦਾ ਜਿਹੜਾ ਇੱਕੋ ਹੀ ਸਾਡਾ ਸੁਆਮੀ ਹੈ ਅਤੇ ਪ੍ਰਭੂ ਹੈ ਇਨਕਾਰ ਕਰਦੇ ਹਨ। जब यहूदा ने छोटा सा पत्री लिखा जब यहूदा ने एक छोटी जी पत्री लिखी तो इस बड़ी बात को उसने इसमें बताया है। ਤਾਂ ਉਸਨੇ ਆਪਣੀ ਪੱਤਰੀ ਦੇ ਵਿੱਚ ਇਹ ਬਹੁਤ ਵੱਡੀ ਗੱਲ ਦੱਸੀ ਹੈ। क्योंकि उस समय में ज़्यादा लोग नहीं थे, जब देखते देखते बहुत लोग हो गया। ਉਸ ਸਮੇਂ ਜ਼ਿਆਦਾ ਲੋਕ ਨਹੀਂ ਸੀ, ਪਰ ਵੇਖਦਿਆਂ ਵੇਖਦਿਆਂ ਹੀ ਬਹੁਤ ਜ਼ਿਆਦਾ ਲੋਕ ਹੋ ਗਏ। बहुत लोग आके परमेश्वर का सच्चाई को माना, कबूल कर लिया और उसके लिए अपने आप को अर्पण कर लिया। बहुत सारे लोगों ने आके परमेश्वर की सच्चाई को जान लिया, मान लिया ते उसनु कबूल कर लिया और परमेश्वर का सच्चाई के अनुसार चलने लगे। आते परमेश्वर की सच्चाई के अनुसार चलन लगे। उन लोगों को यहूदा प्रेरित जो है वो लिखता है, उन्होंने यहूदा रसूल लिखता है। तो इसलिए वो बोलता कितने ही लोग हम में ऐसे मनुष्य हमारे पास, हमारे बीच में जो है वो चुपके से आ मिले हैं। आते वो कहता है कि किन्ने अजय मनुख हैं जेड़े चोरी चोरी साडे अंदर आ वड़े हैं, जिनका दंड का वर्णन पुराने समय से किया जाता है, जिन्हां दी सजा दे बारे प्राचीन काल विच पहला ही लिखा गया है। अगर आप बुराई करेगा, अगर आप मलिन का काम करेगा, अगर आप बादशाहों को तोड़ेगा, अगर आप यूथ कैंप के कानून को तोड़ेगा, तो आपके लिए सजा पहले ही ठहराया हुआ है। जेकर तुसी बुराई दे काम करोगे, अशुद्धता दे काम करोगे, यूथ कैंप दे विच जाके अनुशासन नूं तोड़ोगे आते कई तरह दी होर बुराइयां करोगे तां तुहाडे लई सजा लिखी हुई है। प्रभु के पवित्र नाम की तारीफ हो। परमेश्वर दे पवित्र नाम दी तारीफ होए। इसलिए ये जो है वो परमेश्वर के ये भक्तिहीन और हमारे परमेश्वर के अनुग्रह को लुचपन में बदल के, और परमेश्वर हमारे प्रभु यीशु मसीह का जो एकमात्र स्वामी है, जब हम ऐसा करते हैं तो हम उसका इकरार नहीं करते हैं, उसका हम इनकार करते हैं। ਇਹੋ ਜਿਹੇ ਲੋਕ ਸ਼ੈਤਾਨੀ ਮਨੁੱਖ ਹਨ ਜਿਹੜੇ ਸਾਡੀ ਪਰਮੇਸ਼ਰ ਦੀ ਕਿਰਪਾ ਨੂੰ ਉਲਟਾ ਦਿੰਦੇ ਹਨ ਅਤੇ ਬੁਰੇ ਕੰਮਾਂ ਲੁੱਚਪੁਣੇ ਵੱਲ ਲਗਾ ਦਿੰਦੇ ਹਨ ਅਤੇ ਸਾਡੇ ਯੀਸ਼ੂ ਮਸੀਹ ਦਾ ਜਿਹੜਾ ਇੱਕੋ ਹੀ ਸਵਾਮੀ ਹੈ ਤੇ ਸਾਡਾ ਪ੍ਰਭੂ ਹੈ ਉਸ ਦਾ ਇਨਕਾਰ ਕਰਦੇ ਹਨ। प्रभु के पवित्र नाम की तारीफ हो। परमेश्वर ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। तीतुस पहला अध्याय 16 वचन में, तीतुस ਦੀ ਪੱਤਰੀ ਪਹਿਲਾ ਅਧਿਆਇ 16 वचन, यहाँ पर हम प्रभु के वचन में पढ़ते हैं, ਉੱਥੇ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਪੜ੍ਹਦੇ ਹਾਂ, हमारा विवेक, हमारा बुद्ध सब पवित्र रहना चाहिए। ਸਾਡੇ ਵਿਵੇਕ, ਸਾਡਾ ਅੰਤःਕਰਨ, ਸਾਡੀ ਬੁੱਧ शुद्ध रहने ਚਾਹੀਦੇ ਹਨ। तीतुस पहला अध्याय का 15 वचन में, तीतुस ਦੀ ਪੱਤਰੀ ਪਹਿਲਾ ਅਧਿਆਇ 15 वचन, ये भी अनुग्रह के द्वारा ही संभव हो सकता है। ਇਹ ਵੀ ਕੇਵਲ ਕਿਰਪਾ ਦੇ ਨਾਲ ਹੀ ਸੰਭਵ ਹੋ ਸਕਦਾ ਹੈ। अगर आपका बुद्ध और आपका विवेक, अगर आपका विवेक शुद्ध होना है तो ये भी परमेश्वर के अनुग्रह से हो सकता है। ਜੇਕਰ ਤੁਹਾਡੀ ਬੁੱਧ ਅਤੇ ਅੰਤःਕਰਨ शुद्ध ਹੋਣੇ ਚਾਹੀਦੇ ਹਨ ਤਾਂ ਇਹ ਵੀ ਕੇਵਲ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੀ ਹੋ ਸਕਦਾ ਹੈ। विश्वास के द्वारा, परमेश्वर के अनुग्रह के द्वारा आपको ये दर्जे को आप पा सकते हैं। ਤੁਸੀਂ ਨਿਸ਼ਚਾ ਦੇ ਨਾਲ ਪਰਮੇਸ਼ਰ ਦੀ ਕਿਰਪਾ ਦੇ ਨਾਲ ਇਸ ਦਰਜੇ ਨੂੰ ਪ੍ਰਾਪਤ ਕਰ ਸਕਦੇ ਹੋ। तो हमारा बुद्ध और हमारा विवेक भी पवित्र और शुद्ध होना चाहिए। ਸਾਡਾ ਬੁੱਧ ਤੇ ਸਾਡਾ ਅੰਤःਕਰਨ ਪੂਰੀ ਤਰ੍ਹਾਂ शुद्ध ਹੋਣੇ ਚਾਹੀਦੇ ਹਨ। 15 वचन में और 16 वचन में हम पढ़ते हैं, 15 ਤੇ 16 ਵਚਨ ਦੇ ਵਿੱਚ ਅਸੀਂ ਪੜ੍ਹਦੇ ਹਾਂ, ਸੁੱਚਿਆਂ ਲਈ ਸਭੋ ਕੋ ਸੁੱਚਾ ਹੈ, ਪਰ ਭ੍ਰਿਸ਼ਟਾਂ ਤੇ ਬੇਪ੍ਰਤੀਤਿਆਂ ਲਈ ਕੁਝ ਵੀ ਸੁੱਚਾ ਨਹੀਂ, ਸਗੋਂ ਉਹਨਾਂ ਦੀ ਬੁੱਧ ਅਤੇ ਅੰਤःਕਰਨ ਭ੍ਰਿਸ਼ਟ ਹੋਏ ਹੋਏ ਹਨ। जो पवित्रता के साथ, शुद्धता के साथ, प्रभु का भय के साथ जो चलने के लिए
जो अपने जीवन में अपने आप को अर्पण करता है, ਜਿਹੜੇ ਪਵਿੱਤਰਤਾ ਦੇ ਨਾਲ ਸ਼ੁੱਧਤਾ ਦੇ ਨਾਲ ਪਰਮੇਸ਼ਰ ਦੇ ਭੈ ਦੇ ਨਾਲ ਪਰਮੇਸ਼ਰ ਦੇ ਅੱਗੇ ਚੱਲਣ ਦੇ ਲਈ ਆਪਣੇ ਆਪ ਨੂੰ ਅਰਪਣ ਕਰਦੇ ਹਨ। हाँ प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। प्रभु उसको थोड़ा थोड़ा करके दर्जा दर्जा उसको कई तरह का पवित्रता का अनुभव में लेके जाता है। ਪਰਮੇਸ਼ਰ ਉਸ ਨੂੰ ਥੋੜਾ ਥੋੜਾ ਕਰਕੇ ਪਵਿੱਤਰਤਾ ਦੇ ਇੱਕ ਦਰਜੇ ਤੋਂ ਦੂਜੇ ਦਰਜੇ ਤੱਕ ਲੈ ਕੇ ਜਾਂਦਾ ਹੈ। शुद्ध मनुष्यों के लिए सब कुछ शुद्ध है। ਸੁੱਚਿਆਂ ਦੇ ਲਈ ਸਭ ਕੁਝ ਸੁੱਚਾ ਹੈ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। इसलिए हम पवित्रता के बारे में और शुद्धता के बारे में हम कितनी बातों को हम परमेश्वर के वचन में सुनते हैं। ਇਸ ਕਰਕੇ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਪਵਿੱਤਰਤਾ ਤੇ ਸ਼ੁੱਧਤਾ ਦੇ ਬਾਰੇ ਕਿੰਨੇ ਵਚਨ ਸੁਣਦੇ ਹਾਂ। कलीसिया जो है वो ऊंची पवित्रता के लिए बुलाया गया है। ਕਲੀਸਿया ਨੂੰ ਪਵਿੱਤਰਤਾ ਦੇ ਲਈ ਸੱਦਿਆ ਗਿਆ ਹੈ। हाँ परमेश्वर के लोग नए नियम की कलीसिया ऊंची पवित्रता के लिए बुलाया गया है। ਪਰਮੇਸ਼ਰ ਦੇ ਲੋਕ ਨਵੇਂ ਨਿਯਮ ਦੀ ਕਲੀਸਿया ਉੱਚੀ ਪਵਿੱਤਰਤਾ ਦੇ ਲਈ ਸੱਦੇ ਗਏ ਹਨ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। इसलिए हमारा विवेक और हमारा बुद्ध जो है वो सारा पवित्र हो जाए, शुद्ध हो जाए। पवित्र आत्मा हमारे विवेक में, पवित्र आत्मा हमारे माइंड में, पवित्र आत्मा हमारे बुद्ध में कार्य करने के लिए हम जगह देना। ਇਸ ਕਰਕੇ ਸਾਡਾ ਬੁੱਧ ਤੇ ਅੰਤःਕਰਨ ਪੂਰੀ ਤਰ੍ਹਾਂ ਪਵਿੱਤਰ ਹੋਣ ਦੇ ਲਈ ਸਾਨੂੰ ਪਵਿੱਤਰ ਆਤਮਾ ਨੂੰ ਸਾਡੇ ਮਨ ਦੇ ਵਿੱਚ, ਸੋਚ ਵਿਚਾਰ ਦੇ ਵਿੱਚ, ਅੰਤःਕਰਨ ਦੇ ਵਿੱਚ ਪੂਰੀ ਤਰ੍ਹਾਂ ਕੰਮ ਕਰਨ ਦੇ ਲਈ ਇਜਾਜ਼ਤ ਦੇਣੀ ਚਾਹੀਦੀ ਹੈ। 133 ज़बूर में हम पढ़ते हैं ये जो मस्सा के बारे में हम पढ़ते हैं कि वो हमारे सिर के ऊपर, एक इंसान का सिर के ऊपर उंडेला गया। 127 ਜ਼ਬੂਰ ਦੇ ਵਿੱਚ ਅਸੀਂ ਪਰਮੇਸ਼ਰ ਦੇ ਮੱਸਾ ਦੇ ਬਾਰੇ ਪੜ੍ਹਦੇ ਹਾਂ ਜੋ ਹਾरून ਦੇ ਸਿਰ ਦੇ ਉੱਤੇ ਡੋਲਿਆ ਗਿਆ। 133 ज़बूर में पढ़ते हैं और हारून का सिर के ऊपर उंडेला गया जो मस्सा है। 133 ਜ਼ਬੂਰ ਦੇ ਵਿੱਚ ਅਸੀਂ ਹਾरून ਦੇ ਸਿਰ ਦੇ ਉੱਤੇ ਡੋਲੇ ਗਏ ਮੱਸਾ ਦੇ ਬਾਰੇ ਪੜ੍ਹਦੇ ਹਾਂ। हाँ प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। ये पवित्र आत्मा का अभिषेक केवल हम अन्य भाषा बोलना ही काफी नहीं है। ਅਤੇ ਪਵਿੱਤਰ ਆਤਮਾ ਦੇ ਮੱਸਾ ਦੇ ਨਾਲ ਕੇਵਲ ਗੈਰ ਜ਼ਬਾਨ ਬੋਲਣਾ ਹੀ ਕਾਫੀ ਨਹੀਂ ਹੈ। पवित्र आत्मा के द्वारा हम लोगों को चंगा करना या प्रार्थना करना काफी नहीं है। ਪਵਿੱਤਰ ਆਤਮਾ ਦੇ ਦੁਆਰਾ ਅਸੀਂ ਲੋਕਾਂ ਦੇ ਉੱਤੇ ਪ੍ਰਾਰਥਨਾ ਕਰਨਾ, ਉਹਨਾਂ ਨੂੰ ਸ਼ਿਫਾ ਦਿਵਾਉਣਾ ਹੀ ਕਾਫੀ ਨਹੀਂ ਹੈ। पवित्र आत्मा से भर के हम शैतान को डांटना काफी नहीं है। ਪਵਿੱਤਰ ਆਤਮਾ ਵਿੱਚ ਭਰ ਕੇ ਸ਼ੈਤਾਨ ਨੂੰ ਡਾਂਟਣਾ ਹੀ ਕਾਫੀ ਨਹੀਂ ਹੈ। पवित्र आत्मा हमारे बीच में, हमारे जीवन में 26 तरीके के काम करता है। ਪਵਿੱਤਰ ਆਤਮਾ ਸਾਡੇ ਜੀਵਨ ਦੇ ਵਿੱਚ 26 ਤਰੀਕਿਆਂ ਦੇ ਨਾਲ ਕੰਮ ਕਰਦਾ ਹੈ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। पवित्र आत्मा हमारे जीवन में 26 कार्यों को करता है। ਪਵਿੱਤਰ ਆਤਮਾ ਸਾਡੇ ਜੀਵਨ ਦੇ ਵਿੱਚ 26 ਕੰਮ ਕਰਦਾ ਹੈ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। इसलिए पवित्र आत्मा हमारे जीवन में काम करने के लिए जगह देना चाहिए। ਇਸ ਕਰਕੇ ਸਾਨੂੰ ਪਵਿੱਤਰ ਆਤਮਾ ਨੂੰ ਸਾਡੇ ਜੀਵਨ ਵਿੱਚ ਕੰਮ ਕਰਨ ਲਈ ਜਗ੍ਹਾ ਦੇਣੀ ਚਾਹੀਦੀ ਹੈ। ये हारून का सिर पर उंडेला गया जो हारून दे जो पवित्र तेल है। ਉਹ ਜੋ ਖਾਲਸ ਤੇਲ ਹੈ ਹਾरून ਦੇ ਸਿਰ ਦੇ ਉੱਤੇ ਡੋਲਿਆ ਗਿਆ। ये उत्तम तेल है। ਇਹ ਉੱਤਮ ਤੇਲ ਹੈ। सबोदेशक में हम पढ़ते हैं जो मरा हुआ मक्खियों की वजह से ये उत्तम तेल जो है वो क्या हो जाता है, इसमें दुर्गंध आना शुरू हो जाता है। ਤੇ ਅਸੀਂ ਸਭ ਉਪਦੇਸ਼ਕ ਦੇ ਵਿੱਚ ਪੜ੍ਹਦੇ ਹਾਂ ਕਿ ਮਰੀ ਹੋਈਆਂ ਮੱਖੀਆਂ ਦੇ ਨਾਲ ਜੋ ਖਾਲਸ ਤੇਲ ਹੈ ਉਹ ਦੁਰਗੰਧ ਦੇਣ ਲੱਗਦਾ ਹੈ। सबोदेशक 10 अध्याय का पहला वचन। ਸਭ ਉਪਦੇਸ਼ਕ ਦੀ ਪੋਥੀ 10 ਅਧਿਆਇ ਪਹਿਲਾ ਵਚਨ। ਮੋਈਆਂ ਮੱਖੀਆਂ ਗਾਂਧੀ ਦੇ ਫਲੇਲ ਨੂੰ ਦੁਰਗੰਧਿਤ ਕਰਦੀਆਂ ਹਨ, ਤਿਹਾ ਹੀ ਰਤੀਕੂ ਮੂਰਖਤਾਈ ਬੁੱਧ ਅਤੇ ਆਦਰ ਨੂੰ मात पा देती है। इसलिए हमारा बुद्ध और हमारा विवेक जो है वो, हमारा बुद्ध और हमारा विवेक, हमारा जो माइंड है और हमारा जो है अंतःकरण है, वो दोनों पवित्र होने के लिए हम जगह देना। बुद्ध ਅਤੇ ਅੰਤःਕਰਨ मतलब विवेक दोनों ਨੂੰ ਪਵਿੱਤਰ ਤੇ ਸ਼ੁੱਧ ਹੋਣ ਲਈ ਸਾਨੂੰ ਜਗ੍ਹਾ ਦੇਣੀ ਚਾਹੀਦੀ ਹੈ। प्रभु के पवित्र नाम की तारीफ हो। परमेश्वर ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। कोई भी मूर्खता का कार्य हमारे जीवन में नहीं रहना। ਸਾਡੇ ਜੀਵਨ ਦੇ ਵਿੱਚ ਕੋਈ ਮੂਰਖਤਾਈ ਵਾਲਾ ਕੰਮ ਨਹੀਂ ਹੋਣਾ ਚਾਹੀਦਾ। किसी बात का जो मरकुस 7 अध्याय का 21 वचन में पढ़ते हैं। ਮਾਰਕੁਸ ਇੰਜੀਲ 7 ਅਧਿਆਇ 21 ਵਚਨ ਦੇ ਵਿੱਚ ਜੋ ਅਸੀਂ ਪੜ੍ਹਦੇ ਹਾਂ। मूर्खता भी एक पाप है। मूर्खताई भी एक पाप है। प्रभु के पवित्र नाम की तारीफ। परमेश्वर के पवित्र नाम की तारीफ होए। इंसान का मन में कई तरह के पाप जो है वो बाहर आते हैं। इंसान दे मन विचों कई तरह के बुरे पाप बाहर आते हैं। मरकुस 7 अध्याय 21-22 वचन में। मार्कुस इंजील 7 अध्याय 21-22 वचन में कई पापों के साथ में जो मूर्खता भी इंसान के जीवन में आती है। आते कई पापां दे नाल इंसान दे जीवन विच मूर्खताई भी आती है। जब हम परमेश्वर की आवाज को सुनने के लिए छोड़ देते हैं, जब असीं परमेश्वर की आवाज सुननी छड्ड देंदे हां, जब हम अपने हृदय को कठोर कर लेते हैं, जब असीं अपने दिल नूं सख्त कर लेंदे हां, तो हमारे जीवन में हम कई तरह का
मूर्खता रूपी व्यवहार करते हैं। ਅਤੇ ਅਸੀਂ ਆਪਣੇ ਜੀਵਨ ਵਿੱਚ ਕਈ ਮੂਰਖਤਾਈ ਵਾਲਾ ਵਿਹਾਰ ਕਰਦੇ ਹਾਂ। ये बातें अंदर से निकलती हैं ਇਹ ਸਾਰੀਆਂ ਗੱਲਾਂ ਅੰਦਰੋਂ ਨਿਕਲਦੀਆਂ ਹਨ और मनुष्य को अशुद्ध कर देती हैं। ਅਤੇ ਇਨਸਾਨ ਨੂੰ ਅਸ਼ੁੱਧ ਕਰਦੀਆਂ ਹਨ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। इसलिए यहूदा ने जो बातें लिखा, ਇਸ ਕਰਕੇ ਯਹੂਦਾ ਨੇ ਜੋ ਗੱਲਾਂ ਲਿਖੀਆਂ, परमेश्वर के अनुग्रह को क्या किया, उन्होंने खो दिया। परमेश्वर का अनुग्रह को छोड़ दिया, भूल गए और परमेश्वर का अनुग्रह को ही लुचपन का बीच में बदल दिया। ਉਹਨਾਂ ਨੇ ਪਰਮੇਸ਼ਰ ਦੀ ਕਿਰਪਾ ਨੂੰ ਭੁਲਾ ਦਿੱਤਾ, ਉਸ ਨੂੰ ਛੱਡ ਦਿੱਤਾ, ਉਸ ਨੂੰ ਉਲਟਾ ਦਿੱਤਾ ਤੇ ਪਰਮੇਸ਼ਰ ਦੀ ਕਿਰਪਾ ਨੂੰ ਲੁਚਪਣੇ ਵਿੱਚ ਬਦਲ ਦਿੱਤਾ। केवल नए नियम में ही नहीं, सारे युगों में परमेश्वर का अनुग्रह को हम पाते हैं। ਕੇਵਲ ਨਵੇਂ ਨਿਯਮ ਦੇ ਵਿੱਚ ਹੀ ਨਹੀਂ, ਅਸੀਂ ਪਿਛਲੇ ਪੁਰਾਣੇ ਯੁੱਗਾਂ ਦੇ ਪੁਰਾਣੇ ਨਿਯਮ ਦੇ ਵਿੱਚ ਵੀ ਪਰਮੇਸ਼ਰ ਦੀ ਕਿਰਪਾ ਨੂੰ ਵੇਖਦੇ ਹਾਂ। हर एक युग में परमेश्वर का अनुग्रह को हम देख सकते हैं। ਅਸੀਂ ਹਰੇਕ ਯੁੱਗ ਦੇ ਵਿੱਚ ਪਰਮੇਸ਼ਰ ਦੀ ਕਿਰਪਾ ਨੂੰ ਵੇਖ ਸਕਦੇ ਹਾਂ। दूतों का युग में, दूतों का युग में, दूतों का युग में परमेश्वर का अनुग्रह को हम देख सकते हैं। ਅਸੀਂ ਸਵਰਗਦੂਤਾਂ ਦੇ ਯੁੱਗ ਦੇ ਵਿੱਚ ਵੀ ਪਰਮੇਸ਼ਰ ਦੀ ਕਿਰਪਾ ਨੂੰ ਵੇਖ ਸਕਦੇ ਹਾਂ। दूतों को परमेश्वर ने ऐसा मिट्टी से नहीं बनाया। ਪਰਮੇਸ਼ਰ ਨੇ ਸਵਰਗਦੂਤਾਂ ਨੂੰ ਜ਼ਮੀਨ ਦੀ ਮਿੱਟੀ ਤੋਂ ਨਹੀਂ ਬਣਾਇਆ। परमेश्वर का दूतों को परमेश्वर ने बड़े अजीब अलग तरीके से बनाया। ਪਰਮੇਸ਼ਰ ਨੇ ਆਪਣੇ ਸਵਰਗਦੂਤਾਂ ਨੂੰ ਬਹੁਤ ਹੀ ਅਦਭੁਤ ਤਰੀਕੇ ਦੇ ਨਾਲ ਬਣਾਇਆ। बहुत ही वो महिमा में और सुंदर और तेजों में स्वर्गदूत होकर दिखाई दिए। ਉਹ ਬਹੁਤ ਹੀ ਜਲਾਲੀ, ਸੋਹਣੇ ਤੇ ਪ੍ਰਤਾਪਵਾਨ ਹੋ ਕੇ ਦਿਖਾਈ ਦਿੱਤੇ। उनका कोई शरीर नहीं है। ਉਹਨਾਂ ਦਾ ਕੋਈ ਸਰੀਰ ਨਹੀਂ ਹੈ। इब्रानिया पहला अध्याय में क्या पढ़ते हैं? ਇਬਰਾਨੀਆਂ ਦੀ ਪੱਤਰੀ ਪਹਿਲੇ ਅਧਿਆਇ ਦੇ ਵਿੱਚ ਪੜ੍ਹਦੇ ਹਾਂ। दूतों के बारे में क्या कहा गया है? ਸਵਰਗਦੂਤਾਂ ਦੇ ਬਾਰੇ ਕੀ ਕਿਹਾ ਗਿਆ ਹੈ? वो लोग आत्माएं हैं, आत्माएं हैं। ਉਹ ਇੱਕ ਆਤਮੇ ਹਨ। वो लोग शरीर नहीं है, देह नहीं है। ਉਹਨਾਂ ਦੇ ਅੰਦਰ ਇਹ ਲਹੂ ਤੇ ਮਾंस ਵਾਲਾ ਸਰੀਰ ਨਹੀਂ ਹੈ। वो लोग शरीर नहीं है। ਉਹ ਸਰੀਰ ਨਹੀਂ ਹਨ। प्रभु के पवित्र नाम की तारीफ। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। वो एक अध्याय का 14 वचन में क्या पढ़ते हैं? ਇਬਰਾਨੀਆਂ ਦੀ ਪੱਤਰੀ ਪਹਿਲਾ ਅਧਿਆਇ 14 ਵਚਨ ਵਿੱਚ ਕੀ ਪੜ੍ਹਦੇ ਹਾਂ? सारी सेवा करने वाली सेवा के लिए बनाई हुई आत्माएं हैं। ਇਹ ਸਾਰੇ ਸੇਵਾ ਕਰਨ ਵਾਲੇ ਆਤਮੇ ਹਨ। इसलिए इब्रानिया पहला अध्याय के 14 वचन में ਇਬਰਾਨੀਆਂ ਦੀ ਪੱਤਰੀ ਪਹਿਲਾ ਅਧਿਆਇ 14 ਵਚਨ ਦੇ ਵਿੱਚ इनको सेवा करने के लिए प्रभु ने बनाया। ਇਹਨਾਂ ਨੂੰ ਪਰਮੇਸ਼ਰ ਨੇ ਸੇਵਾ ਕਰਨ ਵਾਲੇ ਆਤਮੇ ਬਣਾਇਆ। परमेश्वर का और मनुष्यों का सेवा करने के लिए बनाया। ਪਰਮੇਸ਼ਰ ਅਤੇ ਮਨੁੱਖਾਂ ਦੀ ਸੇਵਾ ਕਰਨ ਵਾਲਾ ਬਣਾਏ। प्रभु का सृष्टि का सेवा करने के लिए उनको ਪਰਮੇਸ਼ਰ ਦੀ ਸ੍ਰਿਸ਼ਟੀ ਦੀ ਸੇਵਾ ਕਰਨ ਵਾਲੇ ਆਤਮੇ ਬਣਾਇਆ। अय्यूब का पुस्तक में पढ़ते हैं, जब परमेश्वर धरती का नियम डाल रहा था तो परमेश्वर के पुत्र सारे तारे जो खुशी मना रहे थे। अय्यूब का पुस्तक में अय्यूब ਦੀ ਕਿਤਾਬ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਜਦ ਪਰਮੇਸ਼ਰ ਧਰਤੀ ਦੀ ਨੀਂਹ ਰੱਖ ਰਿਹਾ ਸੀ ਤਾਂ ਪਰਮੇਸ਼ਰ ਦੇ ਪੁੱਤਰ ਅਤੇ ਸਾਰੇ ਤਾਰੇ ਖੁਸ਼ੀ ਮਨਾ ਰਹੇ ਸੀ। सारे स्वर्गदूत जो खुशी मना रहे थे, ਸਾਰੇ ਸਵਰਗਦੂਤ ਖੁਸ਼ੀ ਮਨਾ ਰਹੇ ਸੀ। उनको बहुत बड़ा सेवा मिलने वाला था। ਉਹਨਾਂ ਨੂੰ ਬਹੁਤ ਵੱਡੀ ਸੇਵਾ ਮਿਲਣ ਵਾਲੀ ਸੀ। प्रभु के पवित्र नाम की तारीफ। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। वो सेवा को देख के बहुत खुशी मनाते हैं। ਅਤੇ ਉਹ ਸੇਵਾ ਨੂੰ ਦੇਖ ਕੇ ਬਹੁਤ ਖੁਸ਼ੀ ਮਨਾਉਂਦੇ ਹਨ। इसके 28 अध्याय में क्या पढ़ते हैं? ਹਿਜ਼ਕੀਏਲ ਦੀ ਕਿਤਾਬ 28 ਅਧਿਆਇ ਵਿੱਚ ਕੀ ਪੜ੍ਹਦੇ ਹਾਂ? यहाँ पर हम परमेश्वर ने दूतों को कीमती पत्थरों के द्वारा बनाया गया। ਉੱਥੇ ਅਸੀਂ ਵੇਖਦੇ ਹਾਂ ਕਿ ਪਰਮੇਸ਼ਰ ਨੇ ਸਵਰਗਦੂਤਾਂ ਨੂੰ ਬਹੁਮੁੱਲੇ ਪੱਥਰਾਂ ਦੇ ਨਾਲ ਬਣਾਇਆ। कई तरह के मणियों के द्वारा ਕਈ ਤਰ੍ਹਾਂ ਦੇ ਸੁੰਦਰ ਮਣੀਆਂ ਦੇ ਨਾਲ ਬਣਾਇਆ। 28 अध्याय का 12-13 वचन में पढ़ते हैं। ਹਿਜ਼ਕੀਏਲ ਦੀ ਕਿਤਾਬ 28 ਅਧਿਆਇ ਉਸ 12 ਤੇ 13 ਵਚਨ ਦੇ ਵਿੱਚ ਅਸੀਂ ਪੜ੍ਹਦੇ ਹਾਂ। हिजकिय्याह 28 अध्याय 12-13 वचन में ਹਿਜ਼ਕੀਏਲ ਦੀ ਕਿਤਾਬ 28 ਅਧਿਆਇ ਉਸ 12 ਤੇ 13 ਵਚਨ। यहाँ पर करूबों के बारे में हम पढ़ते हैं। ਇੱਥੇ ਅਸੀਂ ਕਰੂਬਾਂ ਦੇ ਬਾਰੇ ਵੀ ਪੜ੍ਹਦੇ ਹਾਂ। उनके अंदर में इतना समझ, इतना सुंदरता उनके अंदर में, और उनके अंदर में इतना चमक दिया। ਉਹਨਾਂ ਨੂੰ ਇੰਨੀ ਬੁੱਧ, ਇੰਨੀ ਸੁੰਦਰਤਾ ਅਤੇ ਇੰਨੀ ਸੰਪੂਰਨਤਾ ਦਿੱਤੀ ਗਈ। परमेश्वर ने उनको कई प्रकार के बहुमूल्य मणियों से बनाया। ਪਰਮੇਸ਼ਰ ਨੇ ਉਹਨਾਂ ਨੂੰ ਕਈ ਤਰ੍ਹਾਂ ਦੇ ਬਹੁਮੁੱਲੇ ਮਣੀਆਂ ਦੇ ਨਾਲ ਬਣਾਇਆ। ऐसे ऐसे बोलते कि एक स्वर्गदूत एक पंख हिलाने से करोड़ों म्यूजिक निकलता है। ਅਤੇ ਇਸ ਤਰ੍ਹਾਂ ਕਹਿੰਦੇ ਹਨ ਕਿ ਇੱਕ ਸਵਰਗਦੂਤ ਆਪਣੇ ਖੰਭ ਹਿਲਾਉਣ ਦੇ ਨਾਲ ਕਰੋੜਾਂ ਹੀ ਸੰਗੀਤ ਨਿਕਲਦੇ ਸਨ। करोड़ों ही म्यूजिक निकलते हैं। ਕਰੋੜਾਂ ਹੀ ਸੰਗੀਤ ਸਾਜ਼ ਨਿਕਲਦੇ ਸੀ। इसलिए हिजकिय्याह 28 अध्याय में हम 12-13 वचन में पढ़ते हैं। ਇਸ ਕਰਕੇ ਅਸੀਂ ਹਿਜ਼ਕੀਏਲ ਦੀ ਕਿਤਾਬ 28 ਅਧਿਆਇ ਉਸ ਦੇ 12 ਤੇ 13 ਵਚਨ ਵਿੱਚ ਪੜ੍ਹਦੇ ਹਾਂ। तो दूतों का समय में भी हम परमेश्वर की कृपा को देखते हैं। ਅਸੀਂ ਸਵਰਗਦੂਤਾਂ ਦੇ ਯੁੱਗ ਦੇ ਵਿੱਚ ਵੀ ਪਰਮੇਸ਼ਰ ਦੀ ਕਿਰਪਾ ਨੂੰ ਵੇਖਦੇ ਹਾਂ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। इसलिए
मगर दूत कितने दूत पवित्र दूत होकर परमेश्वर का हजूरी में अभी भी रहते हैं। ਪਰ ਕਿੰਨੇ ਸਵਰਗਦੂਤ ਪੂਰੀ ਪਵਿੱਤਰਤਾਈ ਦੇ ਨਾਲ ਅਜੇ ਵੀ ਪਰਮੇਸ਼ਰ ਦੇ ਹਜ਼ੂਰ ਖੜੇ ਰਹਿੰਦੇ ਹਨ। 103 जबूर में हम पढ़ते हैं 103 ਜ਼ਬੂਰ ਦੇ ਵਿੱਚ ਅਸੀਂ ਪੜ੍ਹਦੇ ਹਾਂ, परमेश्वर के स्वर्गदूत लोग परमेश्वर की इच्छा करते हैं। ਪਰਮੇਸ਼ਰ ਦੇ ਸਵਰਗਦੂਤ ਜੋ ਪਰਮੇਸ਼ਰ ਦੀ ਇੱਛਾ ਕਰਦੇ ਹਨ। 103 जबूर का 20 वचन में 103 ਜ਼ਬੂਰ ਉਸ ਦੇ 20 ਵਚਨ ਦੇ ਵਿੱਚ, ਹੇ ਉਹਦੇ ਦੂਤੋ ਯਹੋਵਾ ਨੂੰ ਮੁਬਾਰਕ ਆਖੋ, ਤੁਸੀਂ ਜਿਹੜੇ ਸ਼ਕਤੀ ਵਿੱਚ ਬਲਵਾਨ ਹੋ ਅਤੇ ਉਹਦਾ ਸ਼ਬਦ ਸੁਣ ਕੇ ਉਹਨੂੰ ਪੂਰਾ ਕਰਦੇ ਹੋ। इसलिए पवित्र स्वर्गदूत लोग अभी भी परमेश्वर का हजूरी में रहकर वो लोग लगातार सेवा करते रहते हैं। ਪਰਮੇਸ਼ਰ ਦੇ ਪਵਿੱਤਰ ਸਵਰਗਦੂਤ ਅਜੇ ਵੀ ਪਰਮੇਸ਼ਰ ਦੀ ਹਜ਼ੂਰੀ ਵਿੱਚ ਖੜੇ ਰਹਿ ਕੇ ਉਸ ਦੀ ਸੇਵਾ ਕਰਦੇ ਹਨ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। इसलिए दूतों का युग में भी हम परमेश्वर का अनुग्रह को देखते हैं। ਇਸ ਤਰ੍ਹਾਂ ਅਸੀਂ ਸਵਰਗਦੂਤਾਂ ਦੇ ਯੁੱਗ ਦੇ ਵਿੱਚ ਵੀ ਪਰਮੇਸ਼ਰ ਦੀ ਕਿਰਪਾ ਨੂੰ ਵੇਖਦੇ ਹਾਂ। इसलिए आदम को भी परमेश्वर ने कई तरह का आशीषें दिया, वहाँ पर भी हम परमेश्वर के अनुग्रह को देखते हैं। ਪਰਮੇਸ਼ਰ ਨੇ ਆਦਮ ਨੂੰ ਕਈ ਪ੍ਰਕਾਰ ਦੀਆਂ ਬਰਕਤਾਂ ਦਿੱਤੀਆਂ, ਉੱਥੇ ਵੀ ਅਸੀਂ ਪਰਮੇਸ਼ਰ ਦੀ ਕਿਰਪਾ ਨੂੰ ਦੇਖਦੇ ਹਾਂ। सदोम अमोरा का जगह में हम देखते हैं उनको खाने पीने के लिए बहुत कुछ दिया। ਸਦੂਮ ਅਮੋਰਾ ਦੀ ਜਗ੍ਹਾ ਤੇ ਅਸੀਂ ਵੇਖਦੇ ਹਾਂ ਕਿ ਉਹਨਾਂ ਨੂੰ ਖਾਣ ਪੀਣ ਦੇ ਲਈ ਬਹੁਤ ਕੁਝ ਦਿੱਤਾ। बहुत उनको खाने पीने का बहुत किसी चीज का कमी नहीं था ना। ਉਹਨਾਂ ਨੂੰ ਖਾਣ ਪੀਣ ਦੀਆਂ ਕੋਈ ਬਹੁਮੁੱਲੇ ਪਦਾਰਥਾਂ ਦੀ ਕਮੀ नहीं ਸੀ। परमेश्वर के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। मगर उन्होंने परमेश्वर के अनुग्रह को क्या कर दिया? ਪਰ ਉਹਨਾਂ ਨੇ ਪਰਮੇਸ਼ਰ ਦੀ ਕਿਰਪਾ ਨੂੰ ਕੀ ਕੀਤਾ? प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। इसलिए परमेश्वर का अनुग्रह को उन्होंने बुराई में बदल दिया। ਉਹਨਾਂ ਨੇ ਪਰਮੇਸ਼ਰ ਦੀ ਕਿਰਪਾ ਨੂੰ ਬੁਰਾਈ ਵਿੱਚ ਬਦਲ ਦਿੱਤਾ। इसलिए हम परमेश्वर के अनुग्रह को क्या करते हैं? ਇਸ ਕਰਕੇ ਅਸੀਂ ਪਰਮੇਸ਼ਰ ਦੀ ਕਿਰਪਾ ਨੂੰ ਕੀ ਕਰਦੇ ਹਾਂ? उसमें चलते हैं, उसको संभालते हैं या उसके लिए तारीफ करते हैं। ਅਸੀਂ ਪਰਮੇਸ਼ਰ ਦੀ ਕਿਰਪਾ ਵਿੱਚ ਚੱਲਦੇ ਹਾਂ, ਫਿਰਦੇ ਹਾਂ, ਉਸ ਨੂੰ ਸੰਭਾਲਦੇ ਹਾਂ, ਉਸ ਦੇ ਲਈ ਤਾਰੀਫ ਕਰਦੇ ਹਾਂ। इसलिए सदोम अमोरा उसको रोटी का कमी नहीं, पहनने का कमी नहीं, खाना पीना सब कुछ है। इसलिए सदोम के बारे में हम कई जगहों में परमेश्वर का वचन में पढ़ते हैं। ਅਤੇ ਸਦੂਮ ਦੇ ਬਾਰੇ ਅਸੀਂ ਪਰਮੇਸ਼ਰ ਦੇ ਵਚਨ ਵਿੱਚ ਕਈ ਥਾਵਾਂ ਤੇ ਪੜ੍ਹਦੇ ਹਾਂ ਕਿ ਉਸ ਨੂੰ ਰੋਟੀ ਦੀ, ਪਾਣੀ ਦੀ, ਖਾਣ ਪੀਣ ਦੀ ਕਿਸੇ ਉੱਤਮ ਪਦਾਰਥ ਦੀ ਕਮੀ नहीं ਸੀ। प्रभु के पवित्र नाम की तारीफ। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। इसलिए सदोम के बारे में हम कई जगहों में पढ़ते हैं। ਅਸੀਂ ਸਦੂਮ ਦੇ ਬਾਰੇ ਕਈ ਥਾਵਾਂ ਤੇ ਪੜ੍ਹਦੇ ਹਾਂ। इसलिए यशायाह पहला अध्याय का 10 वचन में ਯਸ਼ਾਇਆ ਦੀ ਕਿਤਾਬ ਪਹਿਲਾ ਅਧਿਆਇ 10 ਵਚਨ पढ़िए। ਪੜਾਂਗੇ। यशायाह पहला अध्याय 10 वचन। ਯਸ਼ਾਇਆ ਦੀ ਕਿਤਾਬ ਪਹਿਲਾ ਅਧਿਆਇ 10 ਵਚਨ। ਹੇ ਸਦੂਮ ਦੇ ਆਗੂਓ ਯਹੋਵਾ ਦਾ ਬਚਨ ਸੁਣੋ, ਹੇ ਅਮੂਰਾ ਦੇ ਲੋਕੋ ਸਾਡੇ ਪਰਮੇਸ਼ਰ ਦੀ ਵਿਵਸਥਾ ਤੇ ਕੰਨ ਲਾਓ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। सदोम अमोरा का लोगों को परमेश्वर बहुत बड़ा अनुग्रह देके उनकी ज़रूरतों को पूरा करके उनको बहुत ही ज़्यादा दुनियावी आशीषों से उनको आशीष किया। ਪਰਮੇਸ਼ਰ ਨੇ ਸਦੂਮ ਅਮੋਰਾ ਨੂੰ ਬਹੁਤ ਜ਼ਿਆਦਾ ਕਿਰਪਾ ਦੇ ਕੇ ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਕੇ ਉਸ ਨੂੰ ਦੁਨੀਆ ਦੀਆਂ ਸਾਰੀਆਂ ਬਰਕਤਾਂ ਦੇ ਨਾਲ ਨਿਵਾਜਿਆ। और जब प्रभु हमें दुनिया की आशीष देता है ਜਦ ਪਰਮੇਸ਼ਰ ਸਾਨੂੰ ਦੁਨਿਆਵੀ ਬਰਕਤਾਂ ਦਿੰਦਾ ਹੈ तो हम ध्यान रखना चाहिए कि हम सदोम ना बन जाए। ਅਤੇ ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਸਦੂਮ ਨਹੀਂ ਬਣ ਜਾਣੇ ਚਾਹੀਦੇ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। हम ध्यान देना चाहिए हम सदोम ना बन जाएं। ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਸਦੂਮ ਨਹੀਂ ਬਣ ਜਾਣੇ ਚਾਹੀਦੇ। दूसरा पत्रस में भी हम सदोम के बारे में पढ़ते हैं। ਅਸੀਂ ਦੂਜੇ ਪਤਰਸ ਦੇ ਵਿੱਚ ਵੀ ਸਦੂਮ ਦੇ ਬਾਰੇ ਪੜ੍ਹਦੇ ਹਾਂ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। दूसरा पत्रस 2 अध्याय में हम सदोम के बारे में पढ़ते हैं। ਦੂਜਾ ਪਤਰਸ ਦੂਜੇ ਅਧਿਆਇ ਦੇ ਵਿੱਚ ਅਸੀਂ ਸਦੂਮ ਦੇ ਬਾਰੇ ਪੜ੍ਹਦੇ ਹਾਂ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। कैसे कैसे उन्होंने कैसे उधर पाप चलता था। ਉੱਥੇ ਕਿਸ ਤਰ੍ਹਾਂ ਪਾਪ ਚੱਲਦਾ ਸੀ। दूसरा पत्रस दूसरा अध्याय 6 वचन से हम पढ़ते हैं। ਦੂਜਾ ਪਤਰਸ ਦੂਜਾ ਅਧਿਆਇ 6 ਵਚਨ ਦੇ ਵਿੱਚ ਅਸੀਂ ਪੜ੍ਹਦੇ ਹਾਂ। नूह का बाद में हम सदोम को देखते हैं। ਅਤੇ ਨੂਹ ਤੋਂ ਬਾਅਦ ਅਸੀਂ ਸਦੂਮ ਨੂੰ ਦੇਖਦੇ ਹਾਂ। उसके बीच में हम अब्राहम का इसके बीच में हम अब्राहम को देखते हैं। ਅਤੇ ਇਸ ਦੇ ਦਰਮਿਆਨ ਅਸੀਂ ਅਬਰਾहम ਨੂੰ ਦੇਖਦੇ ਹਾਂ। परमेश्वर ने नूह का दिनों में नूह को बहुत विश्वास दिया और विश्वास के द्वारा उसको जो भी उसके द्वारा काम सेवा करने वाला था उसके द्वारा उसने करवाया। ਅਤੇ ਨੂਹ ਦੇ ਦਿਨਾਂ ਵਿੱਚ ਪਰਮੇਸ਼ਰ ਨੇ ਨੂਹ ਨੂੰ ਬਹੁਤ ਵੱਡੀ ਨਿਸ਼ਚਾ ਦਿੱਤੀ ਤੇ ਉਸ ਦੇ ਕੋਲੋਂ ਜੋ ਸੇਵਾ ਕਰਵਾਣੀ ਸੀ ਉਹ ਕਰਵਾਈ। नूह के पहले कोई ऐसा इंसान नहीं था जिसके जो कोई विश्वास के साथ चला हो। ਨੂਹ ਤੋਂ ਪਹਿਲਾਂ ਕੋਈ ਵੀ ਅਜਿਹਾ ਧਰਮੀ ਨਹੀਂ ਸੀ ਜੋ ਪੂਰੀ ਤਰ੍ਹਾਂ ਨਿਸ਼ਚਾ ਦੇ ਨਾਲ ਚੱਲਿਆ ਹੋਵੇ। नूह जो पहला इंसान जिसने अपने विश्वास को एक्सरसाइज किया।
ਅਤੇ ਨੂਹ ਇੱਕ ਪਹਿਲਾ ਧਰਮੀ ਜਨ ਸੀ ਜਿਸ ਨੇ ਆਪਣੀ ਨਿਹਚਾ ਦਾ ਅਭਿਆਸ ਕੀਤਾ। इब्रानियों 11 अध्याय में क्या पढ़ते हैं? ਇਬਰਾਨੀਆਂ ਦੀ ਪੱਤਰੀ 11 ਅਧਿਆਇ ਵਿੱਚ ਕੀ ਪੜ੍ਹਦੇ ਹਾਂ? बेशक विश्वास के द्वारा हनोक उठा लिया गया। ਬੇਸ਼ੱਕ ਹਨੋਕ ਨਿਹਚਾ ਦੇ ਨਾਲ ਉਠਾਇਆ ਗਿਆ। बेशक हाबेल ने विश्वास के द्वारा उत्तम बलिदान चढ़ाया। ਬੇਸ਼ੱਕ ਹਾਬਿਲ ਨੇ ਨਿਹਚਾ ਦੇ ਨਾਲ ਉੱਤਮ ਬਲੀਦਾਨ ਚੜਾਇਆ, मगर नूह का जैसा नहीं है। ਪਰ ਨੂਹ ਦੀ ਤਰ੍ਹਾਂ ਨਹੀਂ। नूह ने विश्वास के द्वारा एक बहुत बड़ा नाव को, एक बहुत बड़ा जहाज को उसने बनाया। ਨੂਹ ਨੇ ਨਿਹਚਾ ਦੇ ਨਾਲ ਬਹੁਤ ਵੱਡੀ ਕਿਸ਼ਤੀ ਬਣਾਈ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। उसका विश्वास अलग है। ਉਸ ਦੀ ਨਿਹਚਾ ਅਲੱਗ ਹੈ। हनोक विश्वास के साथ वो प्रभु के पीछे पीछे चलते रहा। उसने कोई ऐसा बड़ा जहाज नहीं बनाया। ਹਨੋਕ ਨਿਹਚਾ ਦੇ ਨਾਲ ਪਰਮੇਸ਼ਰ ਦੇ ਨਾਲ ਚੱਲਦਾ ਰਿਹਾ, ਪਰ ਉਸਨੇ ਕੋਈ ਬਹੁਤ ਵੱਡੀ ਕਿਸ਼ਤੀ ਨਹੀਂ ਬਣਾਈ। हाबिल ने एक अच्छा बलिदान चढ़ा दिया। उसने नूह के जैसा एक बहुत बड़ा जहाज नहीं बनाया। ਹਾਬਿਲ ਨੇ ਉੱਤਮ ਬਲੀਦਾਨ ਚੜਾਇਆ, ਪਰ ਉਸਨੇ ਨੂਹ ਦੀ ਤਰ੍ਹਾਂ ਬਹੁਤ ਵੱਡੀ ਕਿਸ਼ਤੀ ਨਹੀਂ ਬਣਾਈ। नूह से पहले कोई भी ऐसा उसको देखने के लिए, कोई ऐसा विश्वास वाला उसको प्रेरणा लेने के लिए कोई भी इंसान नहीं था। ਨੂਹ ਤੋਂ ਪਹਿਲਾਂ ਕੋਈ ਵੀ ਇੰਨਾ ਵੱਡਾ ਨਿਹਚਾਵਾਨ ਨਹੀਂ ਸੀ ਜੋ ਕਿ ਨੂਹ ਨੂੰ ਪ੍ਰੇਰਿਤ ਕਰਦਾ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। परमेश्वर उसको बोला कि तू ऐसा एक जहाज बनाना। ਪਰਮੇਸ਼ਰ ਨੇ ਉਸ ਨੂੰ ਕਿਹਾ ਕਿ ਤੂੰ ਇਸ ਤਰ੍ਹਾਂ ਦਾ ਇੱਕ ਜਹਾਜ਼ ਬਣਾਉਣਾ ਹੈ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। ठीक टाइम पर जहाज बन गया। ਠੀਕ ਸਮੇਂ ਤੇ ਕਿਸ਼ਤੀ ਬਣ ਗਈ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। उसने विश्वास के द्वारा जहाज को बनाया। ਉਸਨੇ ਨਿਸ਼ਚਾ ਦੇ ਨਾਲ ਜਹਾਜ਼ ਬਣਾਇਆ। इसलिए उसके आगे हम देखते बहुत सारे विश्वास के लोग हुए। ਉਸ ਤੋਂ ਬਾਅਦ ਅਸੀਂ ਹੋਰ ਵੀ ਬਹੁਤ ਸਾਰੇ ਨਿਸ਼ਚਾਵਾਨਾਂ ਨੂੰ ਵੇਖਦੇ ਹਾਂ। परमेश्वर के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। तो ऐसे सदोम के लोगों के ऊपर भी परमेश्वर का बहुत बड़ा अनुग्रह था। ਇਸ ਤਰ੍ਹਾਂ ਸਦੂਮ ਦੇ ਲੋਕਾਂ ਦੇ ਉੱਤੇ ਵੀ ਪਰਮੇਸ਼ਰ ਦੀ ਬਹੁਤ ਵੱਡੀ ਕਿਰਪਾ ਸੀ। उन्होंने उस कृपा को क्या कर दिया? ਪਰ ਉਹਨਾਂ ਨੇ ਪਰਮੇਸ਼ਰ ਦੀ ਉਸ ਕਿਰਪਾ ਨੂੰ ਕੀ ਕੀਤਾ? लूका सुसमाचार 17 अध्याय में क्या पढ़ते हैं? ਲੂਕਾ ਦੀ ਇੰਜੀਲ 17 ਅਧਿਆਇ ਦੇ ਵਿੱਚ ਕੀ ਪੜ੍ਹਦੇ ਹਾਂ? प्रभु यीशु मसीह भी सदोम के लोगों के बारे में बोलता है। ਪ੍ਰਭੂ ਯੀਸ਼ੂ ਮਸੀਹ ਨੇ ਵੀ ਸਦੂਮ ਦੇ ਲੋਕਾਂ ਦੇ ਬਾਰੇ ਕਿਹਾ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। जैसा लूत के दिनों में जब अपने आमद के बारे में प्रभु यीशु मसीह कहता है। ਜਦ ਪ੍ਰਭੂ ਯੀਸ਼ੂ ਮਸੀਹ ਆਪਣੀ ਆਮਦ ਦੇ ਦਿਨਾਂ ਦੇ ਬਾਰੇ ਕਹਿੰਦਾ ਹੈ। लूका 17 अध्याय का 28 वचन में। ਲੂਕਾ ਦੀ ਇੰਜੀਲ 17 ਅਧਿਆਇ 28 वचन। लूका 17 अध्याय का 28 वचन में। ਲੂਕਾ ਦੀ ਇੰਜੀਲ 17 ਅਧਿਆਇ 28 वचन। नूह का दिनों में भी लोग खाते पीते थे। ਅਤੇ ਨੂਹ ਦੇ ਦਿਨਾਂ ਦੇ ਵਿੱਚ ਵੀ ਲੋਕ ਖਾਂਦੇ ਪੀਂਦੇ ਸੀ। उनका शादी ब्याह जो था वो परमेश्वर का नजर में इतना उन पसंद योग्य नहीं था। ਅਤੇ ਉਹਨਾਂ ਦੇ ਸ਼ਾਦੀ ਵਿਆਹ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਮਨ ਪਾਉਂਦੇ ਨਹੀਂ ਸੀ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ। जब परमेश्वर ने आपको कई कुछ दिया है। ਜਦ ਪਰਮੇਸ਼ਰ ਨੇ ਤੁਹਾਨੂੰ ਇੰਨਾ ਕੁਝ ਦਿੱਤਾ ਹੈ। परमेश्वर ने आपको दुनिया में इतना कुछ दिया है। ਪਰਮੇਸ਼ਰ ਨੇ ਤੁਹਾਨੂੰ ਦੁਨੀਆ ਦੇ ਵਿੱਚ ਇੰਨਾ ਕੁਝ ਦਿੱਤਾ ਹੈ। थोड़ा प्रभु का डर भी रखना चाहिए। ਤਾਂ ਤੁਹਾਨੂੰ ਪਰਮੇਸ਼ਰ ਦੇ ਡਰ ਵਿੱਚ ਵੀ ਰਹਿਣਾ ਚਾਹੀਦਾ ਹੈ। जब आप प्रभु का डर को छोड़ देते हैं, ਜਦ ਤੁਸੀਂ ਪਰਮੇਸ਼ਰ ਦੇ ਡਰ ਨੂੰ ਛੱਡ ਦਿੰਦੇ ਹੋ, आपका विवेक, आपका बुद्ध सब भ्रष्ट हो जाता है। ਤਾਂ ਤੁਹਾਡਾ ਬੁੱਧ ਤੇ ਵਿਵੇਕ ਭ੍ਰਿਸ਼ਟ ਹੋ ਜਾਂਦੇ ਹਨ। आपका अनुग्रह आपसे अलग हो जाता है। ਤੁਹਾਡੀ ਕਿਰਪਾ ਤੁਹਾਡੇ ਤੋਂ ਚਲੀ ਜਾਂਦੀ ਹੈ। इसलिए आप शादियों में जाते हैं, शादियां अपने घरों में करते हैं। ਇਸ ਕਰਕੇ ਤੁਸੀਂ ਵਿਆਹਾਂ ਤੇ ਜਾਂਦੇ ਹੋ, ਆਪਣੇ ਘਰਾਂ ਵਿੱਚ ਵਿਆਹ ਰਚਾਉਂਦੇ ਹੋ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। अपना हद, विश्वासी लोग अपना हद में रहो। ਇਸ ਕਰਕੇ ਵਿਸ਼ਵਾਸੀ ਆਪਣੇ ਪਰਮੇਸ਼ਰ ਦੇ ਡਰ ਨਾਲ ਆਪਣੀ ਹੱਦ ਵਿੱਚ ਰਹਿਣੇ ਚਾਹੀਦੇ ਹਨ। विश्वासी लोग, विश्वासी भाई बहन, तू अपनी हद में रहना। ਇਸ ਕਰਕੇ ਵਿਸ਼ਵਾਸੀ ਭੈਣ ਭਰਾ ਆਪਣੀ ਹੱਦ ਵਿੱਚ ਰਹਿਣੇ ਚਾਹੀਦੇ ਹਨ। अपना हद से बाहर तू जाएगा, ਜੇਕਰ ਤੁਸੀਂ ਆਪਣੀ ਹੱਦ ਤੋਂ ਬਾਹਰ तेरे ਜਾਓਗੇ को कोई बचा नहीं सकता है। ਤਾਂ ਤੁਹਾਨੂੰ ਕੋਈ ਬਚਾ ਨਹੀਂ ਸਕਦਾ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। कई लोग सच्चाई के लिए खड़े नहीं होते हैं। ਕਈ ਲੋਕ ਸੱਚਾਈ ਲਈ ਖੜੇ ਨਹੀਂ ਹੁੰਦੇ। जब समय आता तो बदल जाते हैं। ਜਦ ਸਮਾਂ ਆਉਂਦਾ ਤਾਂ ਇੱਕਦਮ ਬਦਲ ਜਾਂਦੇ ਹਨ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। लूत का दिनों में क्या है वहां पर और ही अलग अनुभव है। और ये नूह का दिनों में एक अलग अनुभव है। ਨੂਹ ਦੇ ਦਿਨਾਂ ਦਾ ਇੱਕ ਅਲੱਗ ਤਜਰਬਾ ਹੈ, ਲੂਤ ਦੇ ਦਿਨਾਂ ਦਾ ਇੱਕ ਅਲੱਗ ਤਜਰਬਾ ਹੈ। लूत का दिनों में लोग सब बिजनेस करने में लेना देना, इधर से लाख लिया, उधर से लाख दिया, इधर से इकट्ठा किया, उधर इकट्ठा किया, पैसा 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 पैसा। ਲੂਤ ਦੇ ਦਿਨਾਂ ਦੇ ਵਿੱਚ ਲੋਕ ਵਪਾਰ ਦੇ ਵਿੱਚ ਬਸ ਲੈਣ ਦੇਣ ਦੇ ਵਿੱਚ ਇਧਰੋਂ 1 ਲੱਖ ਲਿਆ, ਉਧਰੋਂ 1 ਲੱਖ ਲਿਆ, ਇਧਰੋਂ ਇਕੱਠਾ ਕੀਤਾ, ਉਧਰੋਂ ਇਕੱਠਾ ਕੀਤਾ, ਬਸ ਪੈਸੇ ਕਮਾਉਣ ਦੇ ਵਿੱਚ ਸਨ।
हाँ, प्रभु के पवित्र नाम की तारीफ हो। परमेश्वर ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। कोई एक बेईमानी का एक भी पैसा आपके पास नहीं रहना चाहिए। ਕਿਸੇ ਵੀ ਤਰ੍ਹਾਂ ਬੇਈਮਾਨੀ ਦਾ ਇੱਕ ਵੀ ਪੈਸਾ ਤੁਹਾਡੇ ਕੋਲ ਨਹੀਂ ਹੋਣਾ नहीं ਚਾਹੀਦਾ। तो आपका अच्छा पैसा को भी लेके जाएगा। ਨਹੀਂ ਤਾਂ ਤੁਹਾਡਾ ਇਮਾਨਦਾਰੀ ਵਾਲਾ ਪੈਸਾ ਵੀ ਚਲਿਆ ਜਾਏਗਾ। विश्वासी लोग के पास कोई बेईमानी का पैसा नहीं रहना। ਵਿਸ਼ ਇਮਾਨਦਾਰਾਂ ਦੇ ਕੋਲ ਬੇਈਮਾਨੀ ਵਾਲਾ ਇੱਕ ਪੈਸਾ ਨਹੀਂ ਹੋਣਾ ਚਾਹੀਦਾ। हाँ, प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। नहीं तो आपका असली धन को भी ले जाएगा। ਨਹੀਂ ਤਾਂ ਤੁਹਾਡੇ ਅਸਲੀ ਧਨ ਨੂੰ ਵੀ ਲੈ ਜਾਏਗਾ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। हाँ, इसलिए नूह का दिनों में भी लोग खाते पीते उनका ब्याह शादी होते रहता था। ਇਸ ਕਰਕੇ ਨੂਹ ਦੇ ਦਿਨਾਂ ਦੇ ਵਿੱਚ ਵੀ ਲੋਕ ਖਾਂਦੇ ਪੀਂਦੇ ਵਿਆਹ ਕਰਦੇ ਕਰਾਉਂਦੇ ਸਨ। हाँ, नूह जो अपना काम सेवा में बहुत व्यस्त था। ਪਰ ਨੂਹ ਆਪਣੇ ਪਰਮੇਸ਼ਰ ਦੀ ਸੇਵਾ ਵਿੱਚ ਰੁੱਝਿਆ ਹੋਇਆ ਸੀ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। लूका 17 अध्याय 26 वचन से लेकर 29 वचन तक, ਲੂਕਾ ਦੇ ਇੰਜੀਲ 17 ਦੇ 26 ਤੋਂ ਲੈ ਕੇ 29 ਵਚਨ ਤੱਕ, जब वो अपने आमद के बारे में प्रभु यीशु मसीह कहता है, ਜਦ ਪ੍ਰਭੂ ਯੀਸ਼ੂ ਮਸੀਹ ਆਪਣੇ ਆਮਦ ਦੇ ਦਿਨਾਂ ਦੇ ਬਾਰੇ ਕਹਿੰਦਾ ਹੈ, फरीसियों ने पूछा है, ਫਰੀਸੀਆਂ ਨੇ ਪੁੱਛਿਆ परमेश्वर का राज्य कब आएगा? ਪਰਮੇਸ਼ਰ ਦਾ ਰਾਜ ਕਦੋਂ ਆਏਗਾ। 17 अध्याय का 20 वचन, 17 ਦੇ 20 ਵਚਨ, प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। 10 कोड़ियों को शुद्ध करने के बाद प्रभु यीशु मसीह एक जगह में आया ਅਤੇ 10 ਕੋੜੀਆਂ ਨੂੰ ਸ਼ੁੱਧ ਕਰਨ ਤੋਂ ਬਾਅਦ ਪ੍ਰਭੂ ਯੀਸ਼ੂ ਮਸੀਹ ਇਸ ਜਗ੍ਹਾ ਤੇ ਆਏ। और फरीसियों ने पूछा परमेश्वर का राज्य कब आएगा? ਤਾਂ ਫਰੀਸੀਆਂ ਨੇ ਪ੍ਰਭੂ ਨੂੰ ਪੁੱਛਿਆ ਕਿ ਪਰਮੇਸ਼ਰ ਦਾ ਰਾਜ ਕਦੋਂ ਆਏਗਾ। प्रभु ने क्या जवाब दिया? ਪ੍ਰਭੂ ਨੇ ਉਹਨਾਂ ਨੂੰ ਕੀ ਉੱਤਰ ਦਿੱਤਾ। परमेश्वर का राज्य दृश्य रूप में नहीं आता। ਪਰਮੇਸ਼ਰ ਦਾ ਰਾਜ ਪ੍ਰਤੱਖ ਹੋ ਕੇ ਨਹੀਂ ਆਉਂਦਾ। बोलता कि देखो परमेश्वर का राज्य आपके बीच में है। ਦੇਖੋ ਪਰਮੇਸ਼ਰ ਦਾ ਰਾਜ ਤੁਹਾਡੇ ਵਿੱਚ ਹੈ। लोग कहेंगे यहाँ है वहाँ है। ਲੋਕ ਕਹਿਣਗੇ ਇੱਥੇ ਹੈ ਉੱਥੇ ਹੈ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। क्योंकि देखो परमेश्वर का राज्य आपके बीच में है। ਦੇਖੋ ਪਰਮੇਸ਼ਰ ਦਾ ਰਾਜ ਤੁਹਾਡੇ ਦਰਮਿਆਨ ਹੈ। हाँ, परमेश्वर का राज्य एक पवित्र आत्मा को भी दिखाता है। ਪਰਮੇਸ਼ਰ ਦਾ ਰਾਜ ਪਵਿੱਤਰ ਆਤਮਾ ਨੂੰ ਵੀ ਦਰਸਾਉਂਦਾ ਹੈ। हाँ, इसलिए अनुग्रह आपके ऊपर क्या करना चाहिए? राज्य करना चाहिए। ਇਸ ਕਰਕੇ ਪਰਮੇਸ਼ਰ ਦੀ ਕਿਰਪਾ ਤੁਹਾਡੇ ਉੱਤੇ ਰਾਜ ਕਰਨੀ ਚਾਹੀਦੀ ਹੈ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। तब इसके चेलों ने कहा, ਅਤੇ ਫਿਰ ਉਸਦੇ ਚੇਲਿਆਂ ਨੇ ਕਿਹਾ, प्रभु यीशु मसीह ने अपने चेलों से कहा, ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ, ऐसा दिन आएंगे ਉਹ ਦਿਨ ਆਉਣਗੇ तुम मनुष्य के पुत्र के दिनों में से एक दिन को देखना चाहोगे। ਤਾਂ ਤੁਸੀਂ ਮਨੁੱਖ ਦੇ ਪੁੱਤਰ ਦੀਆਂ ਦਿਨਾਂ ਵਿੱਚੋਂ ਇੱਕ ਨੂੰ ਵੇਖਣਾ ਚਾਹੋਗੇ, मगर क्या नहीं होएगा? ਪਰ ਕੀ ਨਹੀਂ ਹੋਏਗਾ, आप देख नहीं सकेंगे। ਪਰ ਨਹੀਂ ਵੇਖ ਸਕੋਗੇ। क्योंकि कृपा का युग का अंत जो हो जाएगा। ਕਿਉਂਕਿ ਉਸ ਸਮੇਂ ਪਰਮੇਸ਼ਰ ਦੀ ਕਿਰਪਾ ਦੇ ਯੁੱਗ ਦਾ ਅੰਤ ਹੋ ਚੁੱਕਾ ਹੋਏਗਾ। हाँ, प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। तुम मनुष्य के पुत्र के दिनों में से एक दिन को देखना चाहोगे। ਤੁਸੀਂ ਮਨੁੱਖ ਦੇ ਪੁੱਤਰ ਦੀਆਂ ਦਿਨਾਂ ਦੇ ਵਿੱਚੋਂ ਇੱਕ ਦਿਨ ਵੇਖਣਾ ਚਾਹੋਗੇ। आप ऐसा बोलेंगे, प्रभु मुझे एक दिन दो ताकि मैं तौबा करके बपतिस्मा ले लूं। ਤੇ ਤੁਸੀਂ ਕਹੋਗੇ ਕਿ ਪ੍ਰਭੂ ਜੀ ਮੈਨੂੰ ਇੱਕ ਦਿਨ ਦਿਓ ਤਾਂ ਕਿ ਮੈਂ ਤੋਬਾ ਕਰਕੇ ਪਾਣੀ ਦਾ ਬਪਤਿਸਮਾ ਲੈ ਲਵਾਂ। एक आदमी मरने के बाद नरक में चला गया, उसने दर्शन देखा। ਇੱਕ ਵਿਅਕਤੀ ਮਰਨ ਤੋਂ ਬਾਅਦ ਨਰਕ ਵਿੱਚ ਗਿਆ ਤੇ ਉਸਨੇ ਦਰਸ਼ਨ ਦੇਖਿਆ। उसने परमेश्वर का एक रिक्वेस्ट किया, ਉਸਨੇ ਪਰਮੇਸ਼ਰ ਦੇ ਅੱਗੇ ਬੇਨਤੀ ਕੀਤੀ, मुझे एक दिन मेरा वापस मुझे उधर भेज दे ताकि मैं तौबा करके बपतिस्मा लेके आ जाऊं। ਮੈਨੂੰ ਸਿਰਫ ਇੱਕ ਦਿਨ ਦੇ ਲਈ ਵਾਪਸ ਧਰਤੀ ਤੇ ਭੇਜ ਦਿਓ ਤਾਂ ਕਿ ਮੈਂ ਤੋਬਾ ਕਰਕੇ ਪਾਣੀ ਦਾ ਬਪਤਿਸਮਾ ਲੈ ਕੇ ਆ ਜਾਵਾਂ। इतना इतना कन्वेंशन बीत गया, इतना इतना समय बीत गया, अभी वो उसने फायदा नहीं उठाया, तो एक दिन में वो क्या फायदा उठाएगा? ਇੰਨੇ सम्मेलन ਇੰਨੀਆਂ ਬੰਦਗੀਆਂ ਨਿਕਲ ਗਈਆਂ, ਮੀਟਿੰਗਾਂ ਨਿਕਲੀਆਂ, ਉਸਨੇ ਕਿਸੇ ਦਾ ਲਾਭ ਨਹੀਂ ਉਠਾਇਆ ਤੇ ਹੁਣ ਇੱਕ ਦਿਨ ਦੇ ਵਿੱਚ ਕੀ ਲਾਭ ਉਠਾਏਗਾ। जैसे बिजली आकाश के एक छोर से कौन कर आकाश के दूसरी छोर तक चमकती है, वैसे मनुष्य के पुत्र भी अपने दिन में प्रकट होगा। ਜਿਸ ਤਰ੍ਹਾਂ ਬਿਜਲੀ ਆਕਾਸ਼ ਦੇ ਹੇਠ ਦੇ ਇੱਕ ਪਾਸਿਓਂ ਲਿਸ਼ਕਦੀ ਹੈ ਤੇ ਆਕਾਸ਼ ਦੇ ਹੇਠ ਦੇ ਦੂਏ ਪਾਸੇ ਤੱਕ ਚਮਕਦੀ ਹੈ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਆਪਣੇ ਦਿਨ ਵਿੱਚ ਹੋਵੇਗਾ। प्रभु यीशु मसीह ने अपने जीते जी अपनी आमद के बारे में कहा, ਪ੍ਰਭੂ ਯੀਸ਼ੂ ਮਸੀਹ ਨੇ ਜਿਉਂਦੇ ਜੀ ਆਪਣੀ ਆਮਦ ਦੇ ਬਾਰੇ ਕਿਹਾ, अपना मौत के बारे में कहा। ਆਪਣੀ ਮੌਤ ਦੇ ਬਾਰੇ ਦੱਸਿਆ। हाँ, इस युग के लोग उसे तुच्छ ठहराएंगे ਅਤੇ ਇਸ ਦੁਨੀਆ ਦੇ ਲੋਕ ਉਸ ਨੂੰ ਤੁੱਛ ਠਹਿਰਾਣਗੇ और वो बहुत दुख उठाए। ਅਤੇ ਉਹ ਬਹੁਤ ਦੁੱਖ ਉਠਾਏਗਾ। हाँ, ये जरूरी है। ਇਹ ਜ਼ਰੂਰੀ ਹੈ। प्रभु यीशु मसीह ने अपने शरीर में कष्ट उठाया ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਦੇਹ ਵਿੱਚ ਦੁੱਖ ਉਠਾਇਆ और सब लोगों ने इसको तुच्छ, याजकों ने जिस पत्थर को तुच्छ जाना, ਅਤੇ ਰਾਜ ਮਿਸਤਰੀਆਂ ਨੇ ਜਿਸ ਪੱਥਰ ਨੂੰ ਰੱਦਿਆ, हाँ, राजमिस्त्रियों ने जिस पत्थर को रद्द किया, ਰਾਜ ਮਿਸਤਰੀਆਂ ਨੇ ਜਿਸ ਪੱਥਰ ਨੂੰ ਰੱਦਿਆ, वही कोने का सिरे का पत्थर हो गया। ਉਹ ਹੀ ਖੂੰਜੇ ਦੇ ਸਿਰੇ ਦਾ ਪੱਥਰ ਹੋ ਗਿਆ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। 118 जबूर का 22 वचन में 118 ਜ਼ਬੂਰ ਦੇ 22 ਵਚਨ ਦੇ ਵਿੱਚ राजमिस्त्रियों ने जिस पत्थर को निकम्मा ठहराया, ਰਾਜ ਮਿਸਤਰੀਆਂ ਨੇ ਜਿਸ ਪੱਥਰ ਨੂੰ ਰੱਦਿਆ,
वही कोने के सिरे का पत्थर हो गया। ਉਹੀ ਖੂੰਜੇ ਦੇ ਸਿਰੇ ਦਾ ਪੱਥਰ ਹੋ ਗਿਆ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ प्रभु यीशु ਤਾਰੀਫ। मसीह अपनी मौत के बारे में और वो रद्द किए जाने के बारे में कहता है, ਪ੍ਰਭੂ ਯੀਸ਼ੂ ਮਸੀਹ ਆਪਣੀ ਮੌਤ ਤੇ ਰੱਦ ਕੀਤੇ ਜਾਣ ਦੇ ਬਾਰੇ ਕਹਿ ਰਹੇ ਸੀ। और इसलिए अपनी आमद के बारे में कहता है। ਪ੍ਰਭੂ ਆਪਣੀ ਆਮਦ ਦੇ ਬਾਰੇ ਕਹਿ ਰਹੇ वो ਸੀ। जरूर है अपने शरीर में कष्ट उठाए। ਇਹ ਜ਼ਰੂਰੀ ਹੈ ਕਿ ਉਹ ਆਪਣੀ ਦੇਹ ਦੇ ਵਿੱਚ ਕਸ਼ਟ ਭੋਗੇ। प्रभु यीशु मसीह ने अनुग्रह के द्वारा हमारे लिए मृत्यु को चख लिया। ਪਰਮੇਸ਼ਰ ने ਆਪਣੀ ਕਿਰਪਾ ਦੇ ਨਾਲ ਸਾਡੇ ਲਈ ਮੌਤ ਦਾ ਸਵਾਦ ਚਖਿਆ। इसलिए इब्रानियों 2 अध्याय में पढ़ते हैं, प्रभु यीशु मसीह ने अनुग्रह के द्वारा हमारे लिए सबके लिए मृत्यु का स्वाद को चखा। ਇਬਰਾਨੀਆਂ ਦੀ ਪੱਤਰੀ ਦੂਜੇ ਅਧਿਆਇ ਵਿੱਚ ਅਸੀਂ ਪੜ੍ਹਦੇ ਹਾਂ ਕਿ ਪ੍ਰਭੂ ਯੀਸ਼ੂ ਮਸੀਹ ਨੇ ਕਿਰਪਾ ਦੇ ਨਾਲ ਹੀ ਸਾਡੇ ਸਭ ਦੇ ਲਈ ਮੌਤ ਦਾ ਸਵਾਦ ਚਖਿਆ। प्रभु के पवित्र नाम की तारीफ ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। हो। प्रभु यीशु मसीह कृपा से भरा हुआ हमारे बीच में चल फिर रहा है। ਪ੍ਰਭੂ ਯੀਸ਼ੂ ਮਸੀਹ ਕਿਰਪਾ ਦੇ ਨਾਲ ਭਰਪੂਰ ਹੋ ਕੇ ਸਾਡੇ ਦਰਮਿਆਨ ਚੱਲ ਫਿਰ ਰਹੇ ਹਨ। हमारे बीच में अनुग्रह से भरा हुआ प्रभु यीशु मसीह चल फिर रहा है। ਪ੍ਰਭੂ ਯੀਸ਼ੂ ਮਸੀਹ ਕਿਰਪਾ ਦੇ ਨਾਲ ਭਰਪੂਰ ਹੋ ਕੇ ਸਾਡੇ ਦਰਮਿਆਨ ਚੱਲ ਫਿਰ ਰਹੇ ਹਨ। उसने परमेश्वर का कृपा के द्वारा सबके लिए मृत्यु का स्वाद को चखा। ਅਤੇ ਉਸਨੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਸਭ ਦੇ ਲਈ ਮੌਤ ਦਾ ਸਵਾਦ ਚਖਿਆ। इब्रानी 2 अध्याय का 9 वचन। ਇਬਰਾਨੀਆਂ ਦੀ ਪੱਤਰੀ ਦੂਜਾ ਅਧਿਆਇ 9 ਵਚਨ। ਪਰ ਅਸੀਂ ਉਹਨੂੰ ਜਿਹੜਾ ਦੂਤਾਂ ਨਾਲੋਂ ਥੋੜੇ ਚਿਰ ਲਈ ਘੱਟ ਕੀਤਾ ਗਿਆ, ਅਰਥਾਤ ਯੀਸ਼ੂ ਨੂੰ ਮੌਤ ਦਾ ਦੁੱਖ ਝੱਲਣ ਦੇ ਕਾਰਨ ਪ੍ਰਤਾਪ ਅਤੇ ਬਾਣ ਦਾ ਮੁਕਟ ਰੱਖਿਆ ਹੋਇਆ ਵੇਖਦੇ ਹਾਂ, ਤਾਂ ਜੋ ਉਹ ਪਰਮੇਸ਼ਰ ਦੀ ਕਿਰਪਾ ਨਾਲ ਹਰੇਕ ਮਨੁੱਖ ਲਈ मौत का स्वाद चखे। इसलिए प्रभु के पवित्र नाम की तारीफ हो। परमेश्वर के पवित्र नाम की अपनी आमद में के बारे में बोलने के समय में वो सदोम के बारे में और नूह के दिनों के बारे में वो कहता है। प्रभु यीशु मसीह अपनी आमद के दिनों के बारे कहने दे समय नूह के दिनों के बारे सदोम के दिनों के बारे कहते हैं। ये दुनिया भी नूह और सदोम के जैसा है। आते हुण वर्तमान समय दे विच दुनिया नूह अते सदोम दी तरह है। कलीसिया में सदोम नहीं आना चाहिए। कलीसिया विच सदोम नहीं होना चाहिए। परमेश्वर के लोगों के बीच में सदोम नहीं आना चाहिए। परमेश्वर के लोगों दे विच सदोम नहीं होना चाहिए। इसलिए उनके ऊपर भी परमेश्वर बहुत अनुग्रह दिया। उन्हां दे उत्ते भी परमेश्वर ने बहुत बड़ी कृपा की थी। उन्होंने अपने परमेश्वर के अनुग्रह को लुचपन में बदल दिया। पर उन्होंने परमेश्वर की कृपा को लुचपन में बदल दिता। लूत का दिनों में जैसा हुआ, लोग खाते पीते और बिजनेस करते थे, घर बनाते थे, सब कुछ है ना। नूह दे दिनां दे विच लोग जिस तरह खांदे पींदे सन, लेन देन करते सन, बिजनेस करते सन। प्रभु के पवित्र नाम की तारीफ हो। परमेश्वर के पवित्र नाम की तारीफ होए। इसलिए परमेश्वर का डर के साथ, भय के साथ इस संसार में हम जीवन बिताएं। इस करके ਅਸੀਂ ਇਸ ਸੰਸਾਰ ਵਿੱਚ ਪਰਮੇਸ਼ਰ ਦੇ ਭੈ ਭਗਤੀ ਦੇ ਨਾਲ ਜੀਵਨ ਬਤੀਤ ਕਰੀਏ। जो सदोम का लोगों को परमेश्वर ने अनुग्रह दिया, परमेश्वर ने सदोम दे लोकां नूं किरपा दित्ती। हरेक युग में परमेश्वर ने अपना अनुग्रह को बहाया। परमेश्वर ने हरेक युग दे विच अपनी कृपा नूं प्रगट कीता। इसलिए परमेश्वर के पवित्र नाम की तारीफ हो। परमेश्वर के पवित्र नाम की तारीफ होए। यिर्मयाह 31 अध्याय में क्या पढ़ते हैं? यिर्मयाह की किताब 31 अध्याय दे विच की पढ़दे हां। इस्राएल लोगों को जंगल में बहुत अनुग्रह प्राप्त हुआ। इस्राएलियां नूं जंगल दे विच बहुत ज्यादा कृपा मिली। प्रभु के पवित्र नाम की तारीफ हो। परमेश्वर के पवित्र नाम की तारीफ होए। 31 अध्याय का 2 वचन। 31 अध्याय दूजा वचन। उनको जंगल में परमेश्वर ने अनुग्रह दिया। परमेश्वर ने उन्होंने उजाड़ दे विच कृपा दी थी। इस्राएल को जिन्होंने अनुग्रह प्राप्त किया, वो जंगल में उनको प्रभु ने विश्राम दिया। इस्राएलियां विचों जिन्हां ने परमेश्वर की कृपा नु प्राप्त किया, परमेश्वर ने उजाड़ विच उन्हां नु विश्राम दिता। यिर्मयाह 31 अध्याय का 2 वचन। यिर्मयाह की किताब 31 अध्याय दूजा वचन। मिस्र से छुड़ाए हुए इस्राएल लोगों ने जंगल में परमेश्वर का अनुग्रह को प्राप्त किया। मिस्र दे विचों छुड़ाए हुए इस्राएलियां ने उजाड़ विच परमेश्वर की कृपा नु प्राप्त किया। मिस्र में उन्होंने परमेश्वर का अनुग्रह को प्राप्त नहीं किया। मिस्र विच उन्होंने परमेश्वर की कृपा नु नहीं पाया। इसलिए कहां पर आप परमेश्वर का अनुग्रह प्राप्त करेंगे, तो प्रभु को मालूम है, प्रभु ही जानता है। इस करके तुसी किथे परमेश्वर की कृपा नु पाओगे, वो परमेश्वर ही जानता है। वो लोग तलवार से बच निकले, वो तलवार तो बच गए। प्रभु के पवित्र नाम की तारीफ हो। परमेश्वर के पवित्र नाम की तारीफ होए। कितने लोग जो बुड़बुड़ाए, उन्होंने अपने अनुग्रह को खो दिया। पर जिन्ने बुड़बुड़ाए वो परमेश्वर की कृपा नु गुआ बैठे। जिन्होंने मन्ना को रद्द किया, जिन्होंने मन नु रद्द किया, जिन्होंने परमेश्वर की इच्छा को रद्द किया, जिन्होंने परमेश्वर की मर्जी नु रद्द किया, प्रभु के पवित्र नाम की तारीफ हो। परमेश्वर के पवित्र नाम की तारीफ होए। जिन्होंने मन्ना को रद्द किया, वो जंगल में उनका जो है वो उनका शरीर जो वो सड़ते रहा। आते जिन्होंने मन नु रद्द किया वो जंगल दे विच टहटेरी हो गए। जो लोग परमेश्वर के विरोध में बुड़बुड़ाए, संतों के विरोध में, मूसा के विरोध में बुड़बुड़ाए,
ਜਿਹੜੇ ਪਰਮੇਸ਼ਰ ਦੇ ਵਿਰੁੱਧ ਸੰਤਾਂ ਦੇ ਵਿਰੁੱਧ मूसा ਦੇ ਵਿਰੁੱਧ बुड़बुड़ाए उन्होंने अपने अनुग्रह को खो दिया। ਉਹ ਆਪਣੀ ਕਿਰਪਾ ਨੂੰ ਗਵਾ ਬੈਠੇ। इसलिए ध्यान से देखते रहो, कहीं अनुग्रह को हाथ से न जाने दो। ਇਸ ਕਰਕੇ ਧਿਆਨ ਦੇ ਨਾਲ ਵੇਖਦੇ ਰਹੋ, ਕੋਈ ਪਰਮੇਸ਼ਰ ਦੀ ਕਿਰਪਾ ਤੋਂ ਵਾਂਝਿਆ ਨਾ ਰਹਿ ਜਾਏ। इसलिए इब्रानियों 4 अध्याय का 16 वचन में क्या पढ़ते हैं? ਇਬਰਾਨੀਆਂ ਦੀ ਪੱਤਰੀ 4 ਅਧਿਆਇ 16 ਵਚਨ ਦੇ ਵਿੱਚ ਕੀ ਪੜ੍ਹਦੇ ਹਾਂ? बार बार परमेश्वर के अनुग्रह के सिंहासन के पास आते हैं। ਬਾਰ-ਬਾਰ ਅਸੀਂ ਪਰਮੇਸ਼ਰ ਦੀ ਕਿਰਪਾ ਦੇ ਸਿੰਘਾਸਨ ਦੇ ਕੋਲ ਆਉਂਦੇ ਹਾਂ। आराधना जब हमारा चलता है, कन्वेंशन चलता है, आराधना चलता है, ਜਦ ਸਾਡੀਆਂ ਬੰਦਗੀਆਂ ਚੱਲਦੀਆਂ ਹਨ, सम्मेलन ਚੱਲਦਾ ਹੈ, परमेश्वर अपने अनुग्रह के सिंहासन के साथ हमारे बीच में आता है। ਪਰਮੇਸ਼ਰ ਆਪਣੇ ਕਿਰਪਾ ਦੇ ਸਿੰਘਾਸਨ ਸਮੇਤ ਸਾਡੇ ਦਰਮਿਆਨ ਆਉਂਦਾ ਹੈ। इब्रानियों 4 अध्याय का 16 वचन में, ਇਬਰਾਨੀਆਂ ਦੀ ਪੱਤਰੀ 4 ਅਧਿਆਇ 16 ਵਚਨ। इसलिए हमेशा अनुग्रह के सिंहासन के पास चलें। ਇਸ ਕਰਕੇ ਅਸੀਂ ਹਮੇਸ਼ਾ ਪਰਮੇਸ਼ਰ ਦੇ ਕਿਰਪਾ ਦੇ ਸਿੰਘਾਸਨ ਦੇ ਕੋਲ ਜਾਣੇ ਚਾਹੀਦੇ ਹਾਂ। संत पौलुस कहता है हमेशा हम प्रभु के अनुग्रह के सिंहासन के सामने बड़े दिलेरी के साथ चलें। ਇਸ ਕਰਕੇ ਸੰਤ ਪੌਲੁਸ ਕਹਿੰਦੇ ਹਨ ਕਿ ਅਸੀਂ ਦਲੇਰੀ ਨਾਲ ਪਰਮੇਸ਼ਰ ਦੇ ਕਿਰਪਾ ਦੇ ਸਿੰਘਾਸਨ ਦੇ ਅੱਗੇ ਜਾਣੇ ਚਾਹੀਦੇ ਹਾਂ। ਇਸ ਲਈ ਆਓ ਅਸੀਂ ਕਿਰਪਾ ਦੇ ਸਿੰਘਾਸਨ ਦੇ ਅੱਗੇ ਦਲੇਰੀ ਨਾਲ ਚੱਲੀਏ, ਪਈ ਅਸੀਂ ਦਇਆ ਪ੍ਰਾਪਤ ਕਰੀਏ ਅਤੇ ਉਹ ਕਿਰਪਾ ਪਾਈਏ ਜੋ ਵੇਲੇ ਸਿਰ ਸਾਡੀ ਸਹਾਇਤਾ ਕਰੇ। इसलिए हमेशा हमेशा प्रभु का अनुग्रह का सिंहासन हमारे बीच में आता है। ਇਸ ਕਰਕੇ ਹਮੇਸ਼ਾ ਪਰਮੇਸ਼ਰ ਦਾ ਕਿਰਪਾ ਦਾ ਸਿੰਘਾਸਨ ਸਾਡੇ ਦਰਮਿਆਨ ਆਉਂਦਾ ਹੈ। वो अनुग्रह पाकर हम इस संसार में हम ये आत्मिक जीवन जीने के लायक बनते हैं। ਅਸੀਂ ਉਸ ਦੀ ਕਿਰਪਾ ਨੂੰ ਪ੍ਰਾਪਤ ਕਰਕੇ ਇਸ ਦੁਨੀਆ ਦੇ ਵਿੱਚ ਆਪਣਾ रूहानी जीवन जीने ਦੇ ਯੋਗ ਬਣਦੇ ਹਾਂ। हमारे ज़रूरत के समय के लिए क्या क्या हमें अनुग्रह चाहिए वो परमेश्वर जानता है। आज के लिए हमें क्या अनुग्रह चाहिए, ਸਾਡੀ ਜ਼ਰੂਰਤ ਦੇ ਸਮੇਂ ਸਾਨੂੰ ਕਿ ਪਰਮੇਸ਼ਰ ਦੀ ਕਿਹੜੀ ਕਿਰਪਾ ਚਾਹੀਦੀ ਹੈ, ਪਰਮੇਸ਼ਰ ਜਾਣਦਾ ਹੈ। इसलिए हम पर दया हो। ਤਾਂ ਜੋ ਸਾਡੇ ਤੇ ਦਇਆ ਕੀਤੀ ਜਾਏ। इसलिए जब भी हम प्रभु का हजूरी में आते हैं अपने आप को दीन और अलीम करना। ਇਸ ਕਰਕੇ ਅਸੀਂ ਜਦ ਵੀ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਉਂਦੇ ਹਾਂ, ਸਾਨੂੰ ਆਪਣੇ ਆਪ ਨੂੰ ਦੀਨ ਤੇ ਹਲੀਮ ਕਰਨਾ ਚਾਹੀਦਾ ਹੈ। प्रभु का घर में आप डर के साथ चले हैं। ਅਸੀਂ ਪਰਮੇਸ਼ਰ ਦੇ ਘਰ ਦੇ ਵਿੱਚ ਪਰਮੇਸ਼ਰ ਦੇ ਡਰ ਦੇ ਨਾਲ ਚੱਲਣੇ ਚਾਹੀਦੇ ਹਾਂ। जो भी आपको खाना मिलता है, देखो दूसरा कौमों का लोग क्या करते हैं, देखो हैं? ਦੇਖੋ ਜੋ ਵੀ ਤੁਹਾਨੂੰ ਖਾਣਾ ਮਿਲਦਾ ਹੈ, ਦੂਜੀਆਂ ਕੌਮਾਂ ਦੇ ਲੋਕ ਕੀ ਕਰਦੇ ਹਨ? हमारा लोगों ने कैसा भी वेस्ट करना ही करना है। ਸਾਡੇ ਲੋਕਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਖਾਣਾ ਬੇਕਾਰ ਕਰਨਾ ਹੀ ਕਰਨਾ ਹੈ। उन्होंने दिल में सोच लिया हमने बेकार करना ही करना है। ਉਹਨਾਂ ਨੇ ਮਨ ਦੇ ਵਿੱਚ ਛਾਣ ਕੇ ਰੱਖਿਆ ਕਿ ਅਸੀਂ ਖਾਣਾ ਵਿਅਰਥ ਕਰਨਾ ਹੀ ਕਰਨਾ ਹੈ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। दूसरे धर्मों के लोग कैसे वो लोग लंगर का खाना लेते हैं ना, और कैसे वो एक दाना भी नीचे नहीं गिरने देते। उनको देते ही 2 रोटी है, ज़्यादा नहीं देते। ਅਤੇ ਦੂਜੇ ਧਰਮਾਂ ਦੇ ਲੋਕ ਉਹ ਲੰਗਰ ਦਾ ਖਾਣਾ ਕਿਸ ਤਰ੍ਹਾਂ ਪ੍ਰਾਪਤ ਕਰਦੇ ਹਨ ਤੇ ਉਸ ਦਾ ਇੱਕ ਦਾਣਾ ਵੀ ਵੇਸਟ ਨਹੀਂ ਹੋਣ ਦਿੰਦੇ। ਉਹਨਾਂ ਨੂੰ ਉਹ 2 ਹੀ ਰੋਟੀਆਂ ਪਹਿਲਾਂ ਦਿੰਦੇ ਹਨ। इतना नहीं जानते, इतना वो लोग नहीं जानते हैं, ਉਹ ਇੰਨਾ ਜ਼ਿਆਦਾ ਨਹੀਂ ਜਾਣਦੇ, सच्चाई नहीं जानते हैं। ਉਹ ਸੱਚਾਈ ਨਹੀਂ ਜਾਣਦੇ। हमारे लोगों ने खाना वेस्ट करना ही करना है। ਪਰ ਸਾਡੇ ਲੋਕਾਂ ਨੇ ਖਾਣਾ ਝੂਠਾ ਛੱਡਣਾ ਹੀ ਛੱਡਣਾ ਹੈ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। वो लोग सोचते हैं पसनावाड़ वाले लोगों का बारी है, बथेरा पैसा है। ਤੇ ਉਹ ਲੋਕ ਸੋਚਦੇ ਹਨ ਪਸਨਾਵਾਲ ਵਾਲਿਆਂ ਦੀ ਵਾਰੀ ਹੈ, ਉਹਨਾਂ ਕੋਲ ਬਥੇਰਾ ਪੈਸਾ ਹੈ। इसलिए आपका जीवन में, आपका परिवार में आशीष नहीं होता है। ਇਸ ਕਰਕੇ ਤੁਹਾਡੇ ਜੀਵਨ ਜਾਂ ਪਰਿਵਾਰ ਦੇ ਵਿੱਚ ਬਰਕਤ ਨਹੀਂ ਹੁੰਦੀ। क्योंकि आप जो है वो प्रभु का कामों को बहुत ही ऐसे लापरवाही से करते। ਕਿਉਂਕਿ ਤੁਸੀਂ ਪਰਮੇਸ਼ਰ ਦੇ ਕੰਮਾਂ ਨੂੰ ਬਿਲਕੁਲ ਲਾਪਰਵਾਹੀ ਦੇ ਨਾਲ ਕਰਦੇ ਹੋ। परमेश्वर के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। इसलिए परमेश्वर का घर में जो आपको भोजन दिया जाता है, ਇਸ ਕਰਕੇ ਪਰਮੇਸ਼ਰ ਦੇ ਘਰ ਵਿੱਚ ਜੋ ਤੁਹਾਨੂੰ ਪ੍ਰੇਮ ਭੋਜਨ ਦਿੱਤਾ ਜਾਂਦਾ ਹੈ, परमेश्वर आपका आदर करता है। ਪਰਮੇਸ਼ਰ ਤੁਹਾਡਾ ਆਦਰ ਕਰਦਾ ਹੈ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। इसको बांटने वाला आदर से बांटे, ਉਸ ਨੂੰ ਵਰਤਾਉਣ ਵਾਲਾ ਆਦਰ ਦੇ ਨਾਲ ਵਰਤਾਉਣਾ ਚਾਹੀਦਾ ਹੈ। लेने वाला आदर से ले, ਲੈਣ ਵਾਲਾ ਪੂਰੇ ਆਦਰ ਦੇ ਨਾਲ ਲੈਣਾ ਚਾਹੀਦਾ ਹੈ। हमारे लोगों ने इसको वेस्ट करना ही करना है। ਸਾਡੇ ਲੋਕਾਂ ਨੇ ਇਸ ਨੂੰ ਝੂਠਾ ਛੱਡਣਾ ਹੀ ਛੱਡਣਾ ਹੈ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। इसलिए हम एक बार फिर बोलते हैं ना। ਇਸ ਕਰਕੇ ਇੱਕ ਵਾਰੀ ਫਿਰ ਕਹਿੰਦੇ ਆ। इसलिए आप पढ़ो ये नीति वचन 27 अध्याय का 4 वचन में। ਕਹਾਤਾਂ ਦੀ ਕਿਤਾਬ 27 ਦੇ 4 वचन। क्या पढ़ते हैं? ਉੱਥੇ ਅਸੀਂ ਕੀ ਪੜ੍ਹਦੇ ਹਾਂ? जब हम आपके घर में खाना खाने के लिए आते हैं, हम लोग क्या करते हैं, एक प्लेट लेके उसमें हमें जितना चाहिए हम खाकर पूरा खत्म करके जाते हैं। आपका घर में भी हम खाते हैं। ਅਸੀਂ ਜਦ ਤੁਹਾਡੇ ਘਰ ਖਾਣਾ ਖਾਣ ਲਈ ਆਉਂਦੇ ਹਾਂ ਤਾਂ ਅਸੀਂ ਇੱਕ ਪਲੇਟ ਦੇ ਵਿੱਚ ਸਾਨੂੰ ਜਿੰਨਾ ਚਾਹੀਦਾ ਉਹਨਾਂ ਖਾਣਾ ਪਾ ਕੇ ਉਸ ਨੂੰ ਖਤਮ ਕਰਕੇ ਹੀ ਜਾਂਦੇ ਹਾਂ। नहीं तो हम डालेंगे नहीं। ਨਹੀਂ ਤਾਂ ਅਸੀਂ ਨਹੀਂ ਪਾਵਾਂਗੇ। क्या आप हमसे सीख नहीं सकते? ਕੀ ਤੁਸੀਂ ਸਾਡੇ ਤੋਂ ਨਹੀਂ ਸਿੱਖ ਸਕਦੇ? प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। नीति वचन 27 अध्याय का क्या पढ़ते हैं? 27 ਦੇ 7 वचन में। 7 वचन ਦੇ ਵਿੱਚ ਰੱਜਿਆ ਹੋਇਆ ਜੀ ਸ਼ਹਿਦ ਦੇ ਛੱਤੇ ਤੋਂ ਵੀ ਗਲਿਆਣ ਕਰਦਾ ਹੈ, ਪਰ ਭੁੱਖੇ ਨੂੰ ਹਰ ਕੌੜੀ ਵਸਤ ਵੀ
ਮਿੱਠੀ ਲੱਗਦੀ अगर आपको भूख नहीं लगी तो मत ले लो, ਜੇ ਤੁਹਾਨੂੰ ਭੁੱਖ ਨਹੀਂ ਹੈ ਤਾਂ ਨਾ ਲਓ, ना लो, है ना, ਨਾ ਲਓ, कोई जबरदस्ती नहीं है। ਕੋਈ ਜ਼ਬਰਦਸਤੀ ਨਹੀਂ ਹੈ। जितना आपको भूख है उतना खाना ले लो। ਤੁਹਾਨੂੰ ਜਿੰਨੀ ਭੁੱਖ ਹੈ ਉਨਾ ਹੀ ਖਾਣਾ ਲੈਣਾ ਚਾਹੀਦਾ ਹੈ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ। अगर आपको भूख नहीं है तो मत खाओ, ਜੇ ਤੁਹਾਨੂੰ ਭੁੱਖ ਨਹੀਂ ਹੈ ਤਾਂ ਨਾ ਖਾਓ, ऐसे प्लेट में डाल के ना छोड़ो। ਇਸ ਤਰ੍ਹਾਂ ਪਲੇਟ ਵਿੱਚ ਖਾ ਕੇ ਝੂਠਾ ਕਰਕੇ ਨਾ ਛੱਡੋ। हाँ, प्रभु कोई दूसरा भी नहीं खा सकता है। ਉਸ ਨੂੰ ਕੋਈ ਦੂਜਾ ਵੀ ਨਹੀਂ ਖਾ ਸਕਦਾ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ जितना ਤਾਰੀਫ। आपको जरूरत है उतना आप ले लो। ਤੁਹਾਨੂੰ ਜਿੰਨਾ ਚਾਹੀਦਾ ਉਨਾ ਲਓ। हम लोग भी ऐसे करते हैं। ਅਸੀਂ ਵੀ ਇਸ ਤਰ੍ਹਾਂ ਕਰਦੇ ਹਾਂ। इतना खाना होएगा उसमें जितना चाहिए उतना हम ले लेते हैं। ਇੰਨਾ ਖਾਣਾ ਪਿਆ ਹੁੰਦਾ ਹੈ, ਜਿੰਨਾ ਸਾਨੂੰ ਚਾਹੀਦਾ ਹੁੰਦਾ ਉਹਨਾਂ ਅਸੀਂ ਪਲੇਟ ਵਿੱਚ ਲੈਂਦੇ ਹਾਂ। हाँ, उतना हम खा के खत्म कर देते हैं, ਉਹ ਅਸੀਂ ਉਹਨਾਂ ਖਾ ਕੇ ਖਤਮ ਕਰਦੇ ਹਾਂ, प्लेट धो के रख देते हैं। ਪਲੇਟ ਧੋ ਕੇ ਰੱਖ ਦਿੰਦੇ ਹਾਂ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। हाँ, कई लोग तो आधा प्लेट 1.5 प्लेट खाना है, आधा प्लेट पेट के साथ बांधना है ना। ਕਈ ਲੋਕਾਂ ਨੇ ਤਾਂ 1.5 ਪਲੇਟ ਖਾਣੀ ਹੈ, ਅੱਧੀ ਪੇਟ ਦੇ ਨਾਲ ਬੰਨਣੀ ਹੈ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ और ਤਾਰੀਫ। आधी प्लेट जो है वो छोड़ देना है। ਆਧੀ ਅੱਧੀ ਪਲੇਟ ਇਸ ਤਰ੍ਹਾਂ ਹੀ ਛੱਡ ਦੇਣੀ ਹੈ। हाँ, ऐसा नहीं करना है ना। ਇਸ ਤਰ੍ਹਾਂ ਨਹੀਂ ਕਰਨਾ। हाँ, इसलिए भूखा भूखा मनुष्य जो है वो क्या करता है, उसको रूखा सूखा रोटी बहुत अच्छा लगता है। ਭੁੱਖੇ ਮਨੁੱਖ ਨੂੰ ਰੁੱਖੀ ਸੁੱਕੀ ਰੋਟੀ ਵੀ ਮਿੱਠੀ ਲੱਗਦੀ ਹੈ। हाँ, अगर आपके जीवन में प्रभु का भूख है तो ਜੇਕਰ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਪ੍ਰਤੀ ਭੁੱਖ ਹੈ ਤਾਂ हाँ, आपको ये खाना बहुत बढ़िया लगेगा। ਤੁਹਾਨੂੰ ਇਹ ਖਾਣਾ ਬਹੁਤ ਹੀ ਸਵਾਦਿਸ਼ਟ हाँ, ਲੱਗੇਗਾ। प्रभु का वचन आपको बहुत अच्छा लगेगा। ਪਰਮੇਸ਼ਰ ਦਾ ਵਚਨ ਤੁਹਾਨੂੰ ਬਹੁਤ ਹੀ ਅੱਛਾ ਲੱਗੇਗਾ। अगर आपके अंदर प्रभु के वचन अगर परमेश्वर की भूख नहीं है तो ਜੇਕਰ ਤੁਹਾਡੇ ਅੰਦਰ ਪਰਮੇਸ਼ਰ ਦੇ ਵਚਨ ਦੀ ਭੁੱਖ ਨਹੀਂ ਹੈ ਤਾਂ परमेश्वर का भूख नहीं है, ਪਰਮੇਸ਼ਰ ਦੀ ਭੁੱਖ ਨਹੀਂ ਹੈ, परमेश्वर का हजूरी का भूख नहीं है। ਪਰਮੇਸ਼ਰ ਦੀ ਹਜ਼ੂਰੀ ਦੀ ਭੁੱਖ ਨਹੀਂ ਹੈ। आप बाहर भी जाएंगे तो ਤੁਸੀਂ ਬਾਹਰ ਵੀ ਜਾਓਗੇ ਤਾਂ अपने जीवन को आप संभालेंगे। ਤੁਸੀਂ ਆਪਣੇ ਜੀਵਨ ਨੂੰ ਸੰਭਾਲੋਗੇ, अपना अनुग्रह को आप संभालेंगे। ਤੁਸੀਂ ਆਪਣੀ ਕਿਰਪਾ ਨੂੰ ਸੰਭਾਲੋਗੇ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। इसलिए हम परमेश्वर का कृपा के अधीन है। ਇਸ ਲਈ ਅਸੀਂ ਪਰਮੇਸ਼ਰ ਦੀ ਕਿਰਪਾ ਦੇ ਹੇਠ ਹਾਂ। हमारे बीमारियों में परमेश्वर अपने अनुग्रह देता है। ਸਾਨੂੰ ਸਾਡੀਆਂ ਬਿਮਾਰੀਆਂ ਵਿੱਚ ਪਰਮੇਸ਼ਰ ਕਿਰਪਾ ਦਿੰਦਾ ਹੈ, जल्दी हमें ठीक कर देता है। ਸਾਨੂੰ ਜਲਦੀ ਠੀਕ ਕਰ ਦਿੰਦਾ ਹੈ। परमेश्वर में दवाई के बिना ठीक कर देता है। ਪਰਮੇਸ਼ਰ ਸਾਨੂੰ ਦਵਾਈ ਤੋਂ ਬਿਨਾਂ ਠੀਕ ਕਰ ਦਿੰਦਾ ਹੈ। हमारी सारी कमजोरियों को प्रभु ने अपने ऊपर उठा लिया है। ਪਰਮੇਸ਼ਰ ਨੇ ਸਾਡੀਆਂ ਸਾਰੀਆਂ ਕਮਜ਼ੋਰੀਆਂ ਨੂੰ ਆਪਣੇ ਉੱਤੇ ਚੁੱਕ ਲਿਆ ਹੈ। ये शायद 53 अध्याय में क्या पढ़ते हैं? ਇਹ ਸ਼ਾਇਦ ਦੀ ਕਿਤਾਬ 53 ਅਧਿਆਇ ਵਿੱਚ ਕੀ ਪੜ੍ਹਦੇ ਹਾਂ। प्रभु यीशु मसीह ने अपने शरीर के ऊपर हमारा सारा रोगों को उठा लिया। ਪ੍ਰਭੂ ਯੀਸ਼ੂ ਮਸੀਹ ਨੇ ਆਪਣੀ ਦੇਹ ਦੇ ਉੱਤੇ ਸਾਡੀਆਂ ਸਾਰੀਆਂ ਬਿਮਾਰੀਆਂ ਨੂੰ ਚੁੱਕ ਲਿਆ। उसका शरीर तोड़ दिया गया। ਉਸ ਦੀ ਦੇਹ ਨੂੰ ਤੋੜਿਆ ਗਿਆ, उसका मांस जो है वो कुचला गया। ਉਸ ਦੇ ਮਾंस ਨੂੰ ਕੁਚਲਿਆ ਗਿਆ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ और ਹੋਏ। उसके द्वारा हमारे सभी रोगों को उसने उठा लिया। ਉਸਨੇ ਸਾਡੇ ਸਾਰੇ ਦੁੱਖਾਂ ਨੂੰ ਆਪਣੇ ਉੱਤੇ ਚੁੱਕ ਲਿਆ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। जब बीमारी आपके ऊपर आता है तो ਜਦ ਤੁਹਾਡੇ ਤੇ ਬਿਮਾਰੀ ਆਉਂਦੀ ਹੈ, इस 53 अध्याय का 3 वचन पढ़ते हैं। प्रभु यीशु मसीह के अंदर, उसके शरीर के अंदर कोई बीमारी नहीं था। 53 ਅਧਿਆਇ ਉਸ ਦੇ ਤੀਜੇ ਵਚਨ ਦੇ ਵਿੱਚ ਪੜ੍ਹਦੇ ਹਾਂ ਕਿ ਪ੍ਰਭੂ ਯੀਸ਼ੂ ਮਸੀਹ ਦੇ ਸਰੀਰ ਵਿੱਚ ਕੋਈ ਬਿਮਾਰੀ ਨਹੀਂ ਸੀ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। उसकी कोई सुंदरता नहीं थी। ਉਸ ਦੀ ਕੋਈ ਸੁੰਦਰਤਾ ਨਹੀਂ ਸੀ। वो अंकुर के समान अंकुर के समान धरती से निकला। ਹਾਂ ਤੇ ਉਹ ਸੁੱਕੀ ਧਰਤੀ ਵਿੱਚੋਂ जड़ ਵਾਂਗ ਫੁੱਟ ਨਿਕਲਿਆ। उसका कोई रूप नहीं था। ਉਸ ਦਾ ਕੋਈ ਰੂਪ ਨਹੀਂ ਸੀ। प्रभु के पवित्र नाम की तारीफ ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ हो। उसने ਹੋਏ। हमारे सारे पापों को अपने पर ले लिया। ਉਸਨੇ ਸਾਡੇ ਸਾਰੇ ਪਾਪਾਂ ਨੂੰ ਆਪਣੇ ਉੱਤੇ ਚੁੱਕ ਲਿਆ। उसने हमारे दुखों को उठा लिया। ਉਸਨੇ ਸਾਡੇ ਗਮਾਂ ਨੂੰ ਆਪਣੇ ਉੱਤੇ ਚੁੱਕ ਲਿਆ। हमने उसको परमेश्वर का मारा कुटा हुआ समझा। ਅਸੀਂ ਉਸ ਨੂੰ ਪਰਮੇਸ਼ਰ ਦਾ ਮਾਰਿਆ ਕੁੱਟਿਆ ਹੋਇਆ ਸਮਝਿਆ। हमारी शांति के लिए उस पर ताड़ना पड़ी। ਸਾਡੀ ਸ਼ਾਂਤੀ ਦੇ ਲਈ ਉਸ ਦੇ ਉੱਤੇ ਤਾੜਨਾ ਹੋਈ। उसके कोड़े खाने से हम चंगे हो गए। ਉਸ ਦੇ ਮਾਰ ਖਾਣ ਤੋਂ ਅਸੀਂ ਨਿਰੋਏ ਕੀਤੇ ਗਏ। अगर आप बीमार हैं तो ਜੇ ਤੁਸੀਂ ਬਿਮਾਰ ਹੋ ਤਾਂ परमेश्वर का अनुग्रह आपको चंगा करेगा। ਪਰਮੇਸ਼ਰ ਦੀ ਕਿਰਪਾ ਤੁਹਾਨੂੰ ਚੰਗਿਆ ਕਰੇਗੀ। प्रभु यीशु मसीह का जो दर्द और दुख और उसके घाव आपको चंगा करेंगे। ਪ੍ਰਭੂ ਯੀਸ਼ੂ ਮਸੀਹ ਦਾ ਦੁੱਖ ਦਰਦ ਉਸਦੇ ਜ਼ਖਮ ਤੁਹਾਨੂੰ ਚੰਗੇ ਕਰਨਗੇ। आज भी वो चंगे करेंगे। ਅੱਜ ਵੀ ਉਹ ਚੰਗੇ ਕਰਨਗੇ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। इसलिए हम इलाही शिफा में खड़े होते हैं। ਇਸ ਕਰਕੇ ਅਸੀਂ ਇਲਾही ਸ਼ਿਫਾ ਲਈ ਖੜੇ ਰਹਿੰਦੇ ਹਾਂ। परमेश्वर का अनुग्रह के द्वारा हम खड़े होते हैं। ਪਰਮੇਸ਼ਰ ਦੀ ਕਿਰਪਾ ਦੇ ਨਾਲ ਖੜੇ ਹੁੰਦੇ ਹਾਂ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। परमेश्वर हमारी रोटी पानी पर आशीष देता है। ਪਰਮੇਸ਼ਰ ਸਾਡੀ ਰੋਟੀ ਪਾਣੀ ਤੇ ਬਰਕਤ ਦਿੰਦਾ ਹੈ। उसमें बड़ा अनुग्रह बहा देता है।
ਉਸ ਦੇ ਉੱਤੇ ਪੂਰੀ ਕਿਰਪਾ ਵਹਾ ਦਿੰਦਾ ਹੈ। जो कुछ भी आप सेवा करते हैं परमेश्वर का कृपा के द्वारा करना। ਤੁਸੀਂ ਜੋ ਵੀ ਸੇਵਾ ਕਰਦੇ ਹੋ ਪਰਮੇਸ਼ਰ ਦੀ ਕਿਰਪਾ ਨਾਲ ਕਰਨੇ ਚਾਹੀਦੇ ਹੋ। परमेश्वर का कृपा को आप खोना नहीं चाहिए। ਤੁਸੀਂ ਪਰਮੇਸ਼ਰ ਦੀ ਕਿਰਪਾ ਨੂੰ ਗਵਾਉਣੇ ਨਹੀਂ ਚਾਹੀਦੇ। परमेश्वर का कृपा में कम नहीं होना चाहिए। ਪਰਮੇਸ਼ਰ ਦੀ ਕਿਰਪਾ ਸਾਡੇ ਅੰਦਰ ਕੱਟਣੀ ਨਹੀਂ ਚਾਹੀਦੀ। जब आप पाप करेंगे तो परमेश्वर का अनुग्रह को खो जाएंगे। ਜਦ ਤੁਸੀਂ ਪਾਪ ਕਰੋਗੇ ਤਾਂ ਪਰਮੇਸ਼ਰ ਦੀ ਕਿਰਪਾ ਨੂੰ ਗਵਾ ਬੈਠੋਗੇ। जब अपना मन में कड़वाहट रखेंगे तो परमेश्वर का अनुग्रह को खो जाएंगे। ਜਦ ਤੁਸੀਂ ਦਿਲ ਦੇ ਵਿੱਚ ਕੜਵਾਹਟ ਰੱਖੋਗੇ ਤਾਂ ਪਰਮੇਸ਼ਰ ਦੀ ਕਿਰਪਾ ਨੂੰ ਗਵਾ ਬੈਠੋਗੇ। परमेश्वर का अनुग्रह आपके अंदर से धीरे धीरे दूर चल जाएगा। ਤਾਂ ਪਰਮੇਸ਼ਰ ਦੀ ਕਿਰਪਾ ਹੌਲੀ ਹੌਲੀ ਤੁਹਾਡੇ ਅੰਦਰੋਂ ਨਿਕਲ ਜਾਏਗੀ। हमारा प्रभु बहुत जल्दी आ रहा है। ਸਾਡੇ ਪ੍ਰਭੂ ਬਹੁਤ ਜਲਦੀ ਆ ਰਹੇ ਹਨ। इसलिए अंतिम समय में हम आ गए। ਅਸੀਂ ਅੰतिम ਸਮੇਂ ਦੇ ਵਿੱਚ ਆ ਗਏ ਹਾਂ। इसलिए परमेश्वर के अनुग्रह को हम थामे रखें। ਅਸੀਂ ਪਰਮੇਸ਼ਰ ਦੀ ਕਿਰਪਾ ਨੂੰ ਥੰਮੀ ਰੱਖੀਏ। इसलिए कलीसिया जो है वो परमेश्वर के अनुग्रह के ऊपर चंद्रमा के ऊपर खड़े रहते हैं। ਤੇ ਪਰਮੇਸ਼ਰ ਦੀ ਕਲੀਸਿया ਜੋ ਹੈ ਉਹ ਚੰਦਰਮਾ ਦੇ ਉੱਤੇ ਖੜੀ ਰਹਿੰਦੀ ਹੈ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। हम खड़े होना है तो परमेश्वर के अनुग्रह में खड़े होना चाहिए। ਜੇ ਅਸੀਂ ਖੜੇ ਹੋਣਾ ਤਾਂ ਪਰਮੇਸ਼ਰ ਦੀ ਕਿਰਪਾ ਤੇ ਖੜੇ ਹੋਣੇ ਚਾਹੀਦੇ ਆ। इधर उधर आप दुष्टों का मंडली में खड़े नहीं होना चाहिए। ਇਸ ਤੁਸੀਂ ਦੁਸ਼ਟਾਂ ਦੀ ਮੰਡਲੀ ਵਿੱਚ ਖੜੇ ਨਹੀਂ ਹੋਣੇ ਚਾਹੀਦੇ। ठट्ठा करने वालों के बीच में नहीं रहना चाहिए। ਠੱਠਾ ਕਰਨ ਵਾਲਿਆਂ ਦੇ ਵਿਚਕਾਰ ਨਹੀਂ ਖੜੇ ਹੋਣੇ ਚਾਹੀਦੇ। ठट्ठा करने वालों मुड़ आओ नहीं तो तुम्हारे बंधन कसे जाएंगे। ਇਹ ਠੱਠਾ ਕਰਨ ਵਾਲਿਓ ਮੁੜੇ ਆਓ ਨਹੀਂ ਤਾਂ ਤੁਹਾਡੇ ਬੰਧਨ ਕੱਸੇ ਜਾਣਗੇ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। कोई भी बातों का मजाक में नहीं लेना चाहिए। ਕਿਸੇ ਗੱਲ ਨੂੰ ਮਜ਼ਾਕ ਵਿੱਚ ਨਹੀਂ ਲੈਣਾ ਚਾਹੀਦਾ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। परमेश्वर का अनुग्रह को हम पाते रहें। ਅਸੀਂ ਪਰਮੇਸ਼ਰ ਦੀ ਕਿਰਪਾ ਨੂੰ ਪ੍ਰਾਪਤ ਕਰਦੇ ਰਹਿਣੇ ਚਾਹੀਦੇ आज ਆ। हमारे बच्चे भी जा रहे हैं। प्रभु का अनुग्रह उनके साथ भी रहे। ਸਾਡੇ ਬੱਚੇ ਜੋ ਯੂਥ ਕੈਂਪ ਵਿੱਚ ਜਾ ਰਹੇ ਹਨ ਪਰਮੇਸ਼ਰ ਦੀ ਕਿਰਪਾ ਉਹਨਾਂ ਦੇ ਨਾਲ ਰਹਿਣੀ कोई ਚਾਹੀਦੀ। बुराई उनके जीवन में ना आए। ਕੋਈ ਬੁਰਾਈ ਉਹਨਾਂ ਦੇ ਜੀਵਨ ਵਿੱਚ ਨਹੀਂ ਆਉਣੀ ਚਾਹੀਦੀ। कोई बात में वो लापरवाह ना बने। ਕਿਸੇ ਗੱਲ ਦੇ ਵਿੱਚ ਉਹ ਲਾਪਰਵਾਹ ਨਹੀਂ ਰਹਿਣੇ प्रभु के ਚਾਹੀਦੇ। पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। इतना टाइम वेस्ट करके जा रहे हैं, इतना खर्चा करके जा रहे हैं, ਇੰਨਾ ਟਾਈਮ ਵੇਸਟ ਕਰਕੇ ਇੰਨਾ ਖਰਚਾ ਕਰਕੇ ਜਾ ਰਹੇ ਹਨ। इतना मुश्किल से जा रहे हैं। ਇੰਨੀ ਮੁਸ਼ਕਿਲ ਦੇ ਨਾਲ ਜਾ ਰਹੇ ਹਨ। अगर आशीष नहीं पाएंगे तो ਜੇ ਉਹ ਬਰਕਤਾਂ ਨਹੀਂ ਪਾਣਗੇ ਤਾਂ कितना बुरा बात है ना। ਕਿੰਨੀ ਬੁਰੀ ਗੱਲ ਹੈ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਏ। एक भी आशीष पालेगा तो, ਜੇਕਰ ਇੱਕ ਵੀ ਬਰਕਤ ਪਾਏਗਾ ਤਾਂ, एक भी आशीष पालेगा तो, ਇੱਕ ਵੀ ਬਰਕਤ ਪਾਏਗਾ ਤਾਂ जो भी आपने खर्चा किया वो सब आपको वापस मिल जाएगा। ਮਤਲਬ ਤੁਸੀਂ ਜਿੰਨਾ ਵੀ ਖਰਚਾ ਕੀਤਾ ਦੁੱਖ ਉਠਾਇਆ ਤੁਹਾਨੂੰ ਵਾਪਸ ਮਿਲ ਜਾਏਗਾ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ ਤਾਰੀਫ एक ਹੋਏ। ही आत्मा बच जाएगा तो, ਇੱਕ ਆਤਮਾ ਬਚ ਜਾਏਗਾ ਤਾਂ, अगर एक आत्मा बदल जाएगा तो, ਇੱਕ ਆਤਮਾ ਪੂਰੀ ਤਰ੍ਹਾਂ ਬਦਲ ਗਿਆ ਤਾਂ, एक आत्मा का जो मूल्य है, दाम है, वो सारी दुनिया के धन दौलत से ज्यादा है। ਇੱਕ ਜਾਨ ਦੀ ਕੀਮਤ ਸਾਰੀ ਦੁਨੀਆ ਦੀ ਕੀਮਤ ਨਾਲੋਂ ਜ਼ਿਆਦਾ ਹੈ। इसलिए इतना कष्ट उठा के आप जा रहे हैं। ਇਸ ਕਰਕੇ ਤੁਸੀਂ ਇੰਨਾ ਕਸ਼ਟ ਉਠਾ ਕੇ ਜਾ ਰਹੇ ਹੋ। इतना समय आप लगा के आप जा रहे हैं। ਤੁਸੀਂ ਇੰਨਾ ਸਮਾਂ ਖਰਚ ਕਰਕੇ ਜਾ ਰਹੇ ਹੋ। आप प्रभु की आशीष पाके आना है। ਤੁਸੀਂ ਪਰਮੇਸ਼ਰ ਦੀਆਂ ਬਰਕਤਾਂ ਪ੍ਰਾਪਤ ਕਰਕੇ उधर ਆਉਣਾ। जाके आप लापरवाही के साथ नहीं रहना। ਤੁਸੀਂ ਕੋਈ ਵੀ ਲਾਪਰਵਾਹੀ ਨਾਲ ਨਹੀਂ ਰਹਿਣੇ कोई ਚਾਹੀਦੇ। मीटिंग नहीं छोड़ना। ਕਿਸੇ ਬੰਦਗੀ ਨੂੰ ਨਹੀਂ ਛੱਡਣਾ। प्रभु के पवित्र नाम की तारीफ हो। ਪਰਮੇਸ਼ਰ ਦੇ ਪਵਿੱਤਰ ਨਾਮ ਦੀ कोई ਤਾਰੀਫ ਹੋਏ। जाके उधर बीमार भी नहीं होना ਕੋਈ चाहिए। ਉੱਥੇ ਜਾ ਕੇ ਬਿਮਾਰ ਨਹੀਂ ਹੋਣਾ ਚਾਹੀਦਾ। वहाँ का मौसम यहाँ का मौसम के कारण वो बीमार नहीं होना चाहिए। ਉਹ ਇੱਥੋਂ ਦੇ ਤੇ ਉੱਥੋਂ ਦੇ ਮੌਸਮ ਦੀ ਵਜ੍ਹਾ ਕਰਕੇ ਬਿਮਾਰ ਨਹੀਂ ਹੋਣੇ ਚਾਹੀਦੇ। प्रभु का अनुग्रह हर एक को संभालना चाहिए। ਪਰਮੇਸ਼ਰ ਦੀ ਕਿਰਪਾ ਸਭ ਨੂੰ ਸੰਭਾਲਣੀ ਚਾਹੀਦੀ ਹੈ। परमेश्वर का अनुग्रह में वो लोग बने रहना ਉਹ चाहिए। ਪਰਮੇਸ਼ਰ ਦੀ ਕਿਰਪਾ ਵਿੱਚ ਕਾਇਮ ਰਹਿਣੇ ਚਾਹੀਦੇ ਹਨ। कलीसिया प्रभु के अनुग्रह में बना रहना चाहिए। ਕਲੀਸਿया ਪਰਮੇਸ਼ਰ ਦੀ ਕਿਰਪਾ ਵਿੱਚ ਬਣੀ ਰਹਿਣੀ ਚਾਹੀਦੀ ਹੈ। और हम अनुग्रह के अधीन है, पाप के अधीन नहीं है, ਅਸੀਂ और कि- हम व्यवस्था के अधीन में नहीं है। ਅਸੀਂ ਕਿਰਪਾ ਦੇ ਹੇਠ ਹਾਂ, ਅਸੀਂ ਪਾਪ ਦੇ ਤੇ ਸ਼ਰਾਂ ਦੇ ਹੇਠ ਨਹੀਂ ਹਾਂ। और नए नियम में प्रभु ने व्यवस्था दिया, वो अनुग्रह का व्यवस्था है। ਨਵੇਂ ਨਿਯਮ ਦੇ ਵਿੱਚ ਪਰਮੇਸ਼ਰ ਨੇ ਜੋ ਸ਼ਰਾਂ ਦਿੱਤੀ ਹੈ ਉਹ ਕਿਰਪਾ ਦੀ ਸ਼ਰਾਂ ਹੈ। और हम सब लोग आंखें बंद करें, पवित्र आत्मा को जगह दें। ਆਓ ਅਸੀਂ ਸਾਰੇ ਆਪਣੀਆਂ ਅੱਖਾਂ ਬੰਦ ਕਰਾਂਗੇ, ਪਵਿੱਤਰ ਆਤਮਾ ਲਈ ਜਗ੍ਹਾ ਦੇਵਾਂਗੇ। अनुग्रह की आत्मा को जगह दें। ਕਿਰਪਾ ਦੇ ਆਤਮਾ ਲਈ ਜਗ੍ਹਾ ਦੇਵਾਂਗੇ। अनुग्रह का आत्मा आपके ऊपर आ जाए। ਕਿਰਪਾ ਦਾ ਆਤਮਾ ਤੁਹਾਡੇ ਉੱਤੇ ਆਏ। जैसे हम अनुग्रह का वचन सुनते हैं, परमेश्वर का अनुग्रह का आत्मा आपके ऊपर आ जाए। ਜਿਸ ਤਰ੍ਹਾਂ ਤੁਸੀਂ ਪਰਮੇਸ਼ਰ ਦੀ ਕਿਰਪਾ ਦਾ ਵਚਨ ਸੁਣਦੇ ਹੋ, ਪਰਮੇਸ਼ਰ ਦੀ ਕਿਰਪਾ ਦਾ ਆਤਮਾ ਤੁਹਾਡੇ ਉੱਤੇ ਆਉਣਾ सब लोग ਚਾਹੀਦਾ ਹੈ। परमेश्वर का अनुग्रह को जगह दें। ਸਾਰੇ ਲੋਕ ਪਰਮੇਸ਼ਰ ਦੀ ਕਿਰਪਾ ਦੇ ਲਈ ਜਗ੍ਹਾ ਦਿਓ। पवित्र आत्मा का अभिषेक को जगह दें। ਪਵਿੱਤਰ ਆਤਮਾ ਦੇ ਮਸਾ ਦੇ ਲਈ ਜਗ੍ਹਾ ਦਿਓ। Praise the Lord, praise the Lord, praise the Lord, praise the Lord, praise the कृपा Lord, praise the Lord। सिंहासन की खड़ा सवाली भड़की ताकत शिफा दे दे तेरी सेवा करा। कृपा सिंहासन की खड़ा सवाली भड़की ताकत शिफा दे दे तेरी सेवा करा। अपनी कृपा नाल वफादार बना अपने दौड़ में चंगी तरह पूरा करा। अपनी कृपा नाल वफादार बना अपनी दौड़ में चंगी तरह पूरा करा। कृपा से
हंस लगे, खड़ा सवाली बन के ताकत शिफा दे दे। तेरी सेवा करा कृपा से हंस लगे, खड़ा सवाली बन के ताकत शिफा दे दे। तेरी सेवा करा अपनी कृपा नाल वफादार बना, अपनी दौड़ में चंगी तरह पूरा करा। अपनी कृपा नाल वफादार बना, अपनी दौड़ में चंगी तरह पूरा करा। अपनी कृपा नाल वफादार बना, अपनी दौड़ में चंगी तरह पूरा करा। अपनी कृपा नाल वफादार बना, अपनी दौड़ में चंगी तरह पूरा करा। अपनी कृपा नाल वफादार बना, अपनी दौड़ में चंगी तरह पूरा करा। अपनी कृपा नाल वफादार बना, अपनी दौड़ में चंगी तरह पूरा करा। अपनी कृपा नाल वफादार बना, अपनी दौड़ में चंगी तरह पूरा करा। अपनी कृपा नाल वफादार बना, अपनी दौड़ में चंगी तरह पूरा करा। अपनी कृपा नाल वफादार बना, अपनी दौड़ में चंगी तरह पूरा करा। Hallelujah. Praise the Lord, 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 praise the Lord. Praise the Lord, 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 praise the Lord. Praise the Lord, 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 praise the Lord. Praise the Lord, 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 praise the Lord. कोई भी अपने अनुग्रह को इन दिनों में, आखिरी दिनों में, यीशु ने कहा कि अंतिम दिनों में लूत के दिनों के समान और नूह के दिनों के समान कलीसिया में भी होगा। प्रभु यीशु मसीह ने कहा कि अंतिम दिनों ਦੇ ਵਿੱਚ ਨੂਹ ਦੇ ਦਿਨਾਂ ਦੀ ਤਰ੍ਹਾਂ ਲੂਤ ਦੇ ਸਦੂਮ ਦੇ ਦਿਨਾਂ ਦੀ ਤਰ੍ਹਾਂ ਹੋਏਗਾ। ਕੋਈ ਵੀ ਆਪਣੀ ਕਿਰਪਾ ਨੂੰ ਗਵਾਉਣਾ ਨਹੀਂ ਚਾਹੀਦਾ। दुनिया में ही नहीं, कलीसिया में भी होगा। ਦੁਨੀਆ ਦੇ ਵਿੱਚ ਹੀ ਨਹੀਂ, ਕਲੀਸਿਆ ਵਿੱਚ ਵੀ ਹੋਏਗਾ। हाँ, लूत का दिनों के समान, नूह का दिनों के समान। ਲੂਤ ਦੇ ਦਿਨਾਂ ਦੇ ਸਮਾਨ, ਨੂਹ ਦੇ ਦਿਨਾਂ ਦੇ ਸਮਾਨ। प्रभु का लोग जो कहलाते हैं वो लोग कानून को तोड़ेंगे। ਪਰਮੇਸ਼ਰ ਦੇ ਲੋਕ ਕਾਨੂੰਨ ਨੂੰ ਤੋੜਨਗੇ। हाँ, कलीसिया में लूत का दिनों के समान, नूह का दिनों के समान बातें होंगी। ਕਲੀਸਿया ਦੇ ਵਿੱਚ ਨੂਹ ਦੇ ਦਿਨਾਂ ਦੇ ਸਮਾਨ, ਲੂਤ ਦੇ ਦਿਨਾਂ ਦੇ ਸਮਾਨ ਗੱਲਾਂ ਹੋਣਗੀਆਂ। उनको जो दिया हुआ कृपा उसके बारे में वो लापरवाह रहे। ਉਹਨਾਂ ਨੂੰ ਜੋ ਕਿਰਪਾ ਦਿੱਤੀ ਹੈ ਉਸ ਦੇ ਬਾਰੇ ਉਹ ਲਾਪਰਵਾਹ ਨਹੀਂ ਰਹਿਣੇ ਚਾਹੀਦੇ। उनको जो दिया हुआ अनुग्रह, जो पाया हुआ अनुग्रह के बारे में वो बेपरवाह होकर दिखाई दिए। ਉਹ ਆਪਣੀ ਪਾਈ ਹੋਈ ਕਿਰਪਾ ਦੇ ਬਾਰੇ ਬੇਪਰਵਾਹ ਹੋ ਕੇ ਦਿਖਾਈ जो ਦਿੰਦੇ उनको ਹਨ। जो दुनियावी बरकतें दिया उसके बारे में वो लोग लापरवाह होकर दिखाई जो दिए। दुनियावी बरकतां मिलियां ਉਸ ਦੇ ਬਾਰੇ ਉਹ ਲਾਪਰਵਾਹ ਹੋ ਕੇ ਦਿਖਾਈ ਦਿੰਦੇ ਹਨ। परमेश्वर ने हमें दिया हुआ सारा रूहानी जिस्मानी बरकतों को पाकर हम डरते कामते हुए हमारा दौड़ को धीरज के साथ दौड़ने के लिए प्रभु सबको सहायता करना, तारीफ करेंगे।